किसान अकेडमी के ऑनलाइन प्लेटफॉर्म के ऊपर ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਚਾਈਲਡ ਵੈਲਫੇਅਰ ਟੌਪਿਕ ਦੇ ਨਾਲ ਰਿਲੇਟਡ ਐਮਸੀਕਿਊ ਡਿਸਕਸ ਕਰਾਂਗੇ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਕਲਾਸ ਫॉर ਐਵਰੀ ਸਟੂਡੈਂਟ ਜਿਹੜਾ ਕਿ ਪੀਪੀਐਸਸੀ ਦਾ ਐਗਜ਼ਾਮ ਦੇ ਰਿਹਾ ਹੈਗਾ, ਪੀਪੀਐਸਸੀ ਸੀਡੀਪੀਓ। ਤਾਂ ਇੰਪੋਰਟੈਂਟ ਟੌਪਿਕ ਹੈਗਾ ਜੀ ਸੀਡੀਪੀਓ ਦਾ, ਠੀਕ ਹੈ ਜੀ। ਪੀਪੀਐਸਸੀ ਦੇ ਅੰਡਰ ਜੋ ਤੁਹਾਡੀ ਪੋਸਟ ਆਊਟ ਹੋਈ ਆ, ਤਾਂ ਚਾਈਲਡ ਵੈਲਫੇਅਰ ਦੇ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਕਿਸ ਤਰ੍ਹਾਂ ਦੇ ਪੇਪਰ ਦੇ ਵਿੱਚ ਆਉਣ ਦੀ ਪੋਸੀਬਿਲਿਟੀ ਰਹੇਗੀ, ਤਾਂ ਉਹਨਾਂ ਕੁਐਸਚਨ ਨੂੰ ਅਸੀਂ ਐਸਟੀਮੇਟ ਕੁਐਸਚਨ ਅਸੀਂ ਡਿਸਕਸ ਕਰਾਂਗੇ। ਇਸ ਤੋਂ ਬਿਨਾਂ ਬੇਟਾ ਤੁਸੀਂ ਜੇਕਰ ਕੋਰਸ ਲੈਣਾ ਚਾਹੁੰਦੇ ਹੋ ਸੀਡੀਪੀਓ ਪੀਪੀਐਸਸੀ ਦਾ, ਤਾਂ ਤੁਸੀਂ 9988000121 ਦੇ ਉੱਪਰ ਕਾਲ ਕਰ ਸਕਦੇ ਹੋ, WhatsApp ਮੈਸੇਜ ਕਰ ਸਕਦੇ ਹੋ ਤੇ ਕੋਰਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਫਿਰ ਤੁਸੀਂ ਡਾਇਰੈਕਟ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ, ਠੀਕ ਹੈ ਜੀ, ਕਿਸਾਨ ਅਕੈਡਮੀ ਦੀ ਐਪ ਨੂੰ ਤੁਸੀਂ ਡਾਊਨਲੋਡ ਕਰਕੇ ਡਾਇਰੈਕਟ ਜਿਹੜਾ ਕੋਰਸ ਵੀ ਹੈ ਪਰਚੇਜ਼ ਕਰ ਸਕਦੇ ਹੋ। ਤਾਂ ਵੈਰੀ ਇੰਪੋਰਟੈਂਟ ਸੈਸ਼ਨ ਹੋਣਗੇ ਜਿਹੜੇ ਤੁਹਾਨੂੰ ਇੱਥੇ ਪ੍ਰੋਵਾਈਡ ਕੀਤੇ ਜਾ ਰਹੇ ਨੇ। ਇਹਨਾਂ ਦੀਆਂ ਥਿਊਰੀ ਕਲਾਸਿਸ ਤੁਹਾਨੂੰ ਐਪ ਦੇ ਵਿੱਚ ਮੇਰੇ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਐਪ ਦੇ ਵਿੱਚ ਹੀ ਪੂਰਾ ਕੋਰਸ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਰਿਹਾ। ਤੇ ਉਹਦੇ ਨਾਲ ਰਿਗਾਰਡਿੰਗ ਕੁਝ ਜਿਹੜੇ ਐਮਸੀਕਿਊ ਹੈਗੇ ਉਹ ਮੈਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰੂੰਗੀ। ਤਾਂ ਅਸੀਂ ਸਟਾਰਟ ਕਰਦੇ ਹਾਂ ਜੀ। ਸਾਡੇ ਕੋਲ ਬੇਟਾ ਫਰਸਟ ਕੁਐਸਚਨ ਹੈਗਾ, ਚਾਈਲਡ ਇਜ਼ ਹਿਊਮਨ ਬੀਇੰਗ ਆਫ ਏਜ ਟਿਲ, ਠੀਕ ਹੈ ਜੀ। ਕਿਸ ਏਜ ਤੱਕ ਨੂੰ ਅਸੀਂ ਡਿਫਾਈਨ ਕਰਦੇ ਹੈਗੇ ਆ ਚਾਈਲਡ। ਤਾਂ ਦੇਖੋ ਕਾਫੀ ਜਿਹੜੇ ਜੇ ਅਸੀਂ ਕਹੀਏ ਬਹੁਤ ਸਾਰੇ ਐਕਟਸ ਨੇ ਚਾਈਲਡ ਦੇ ਨਾਲ ਰਿਲੇਟਡ ਨਾ, ਚਿਲਡਰਨ ਐਕਟਸ ਨੇ ਜਿਹੜੇ ਚਿਲਡਰਨ ਦੀ ਪ੍ਰੋਟੈਕਸ਼ਨ ਦੇ ਲਈ ਜਾਂ ਸਰਵਾਈਵਲ ਦੇ ਲਈ ਗਵਰਨਮੈਂਟ ਦੇ ਦੁਆਰਾ ਬਣਾਏ ਗਏ ਨੇ, ਲੈਜਿਸਲੇਟ ਕੀਤੇ ਗਏ ਨੇ, ਠੀਕ ਹੈ ਜੀ। ਤਾਂ ਡਿਫਰੈਂਟ ਵੇ ਦੇ ਨਾਲ ਜਿਹੜੀ ਹੈਗੀ ਹੈ ਏਜ ਡਿਫਾਈਨ ਕੀਤੀ ਜਾਂਦੀ ਹੈ। ਬਟ ਜੇ ਅਸੀਂ ਮੋਸਟ ਆਥੈਂਟਿਕ ਇਹਦਾ ਆਨਸਰ ਕੰਸੀਡਰ ਕਰਦੇ ਹਾਂ, ਤਾਂ ਕਿਉਂਕਿ ਜਿਹੜੇ ਸਾਡੇ ਜਿੰਨੀਆਂ ਵੀ ਡੈਕਲੇਰੇਸ਼ਨ ਹੁੰਦੀਆਂ ਨੇ, ਠੀਕ ਹੈ, ਡੈਕਲੇਰੇਸ਼ਨ ਹੋਈਆਂ ਕਿੰਨਾ ਦੇ ਉੱਪਰ ਜੀ, ਚਾਈਲਡ ਰਾਈਟਸ ਦੇ ਉੱਪਰ। ਜਾਂ ਫਿਰ ਅਸੀਂ ਗੱਲ ਕਰੀਏ ਕਿ ਜਿਹੜੇ ਸਾਡੇ ਕੋਲ ਚਾਈਲਡ ਰਾਈਟਸ ਨੂੰ ਲੈ ਕੇ ਐਕਟ ਬਣੇ, ਚਾਈਲਡ ਐਕਟ ਬਣੇ, ਹਨਾ, ਚਾਈਲਡ ਵੈਲਫੇਅਰ ਨੂੰ ਲੈ ਕੇ ਜੋ ਐਕਟ ਬਣੇ, ਤਾਂ ਉਹਨਾਂ ਐਕਟ ਦੇ ਵਿੱਚ ਖਾਸ ਕਰਕੇ ਜਿਹੜੀ ਏਜ ਹੈਗੀ ਉਹ ਡਿਫਾਈਨ ਕੀਤੀ ਗਈ ਆ 18 ਈਅਰ, ਠੀਕ ਹੈ। ਤਾਂ ਸਾਡੇ ਕੋਲ ਜਿਹੜਾ ਇੱਥੇ ਮੋਸਟ ਆਥੈਂਟਿਕ ਆਨਸਰ ਹੋਊਗਾ ਕਿ ਅਸੀਂ ਚਾਈਲਡ ਦੀ ਏਜ ਕਿੱਥੋਂ ਤੱਕ ਕੰਸੀਡਰ ਕਰਦੇ ਹਾਂ, ਤਾਂ ਇੱਕ ਬੱਚਾ ਬਰਥ ਤੋਂ ਲੈ ਕੇ, ਠੀਕ ਹੈ, ਟਿਲ ਪੋਬਰਟੀ ਮਤਲਬ ਕਿ 18 ਈਅਰ ਤੱਕ, ਠੀਕ ਹੈ, 18 ਈਅਰ ਤੱਕ, ਤਾਂ ਅਡੋਲਸੈਂਟ ਤੱਕ ਦਾ ਜਿਹੜਾ ਉਹਦਾ ਪੀਰੀਅਡ ਹੋਊਗਾ, ਤਾਂ ਉਹਨੂੰ ਅਸੀਂ ਕੀ ਕੰਸੀਡਰ ਕਰਦੇ ਹੈਗੇ ਆ ਜੀ, ਉੱਥੋਂ ਤੱਕ ਦੀ ਏਜ ਨੂੰ ਵੀ ਕੰਸੀਡਰ ਦਾ ਚਾਈਲਡ, ਠੀਕ ਹੈ। ਤਾਂ ਇੱਕ ਚਾਈਲਡ ਦੀ ਏਜ ਦਾ ਆਨਸਰ ਸਾਡਾ ਕੀ ਹੋਊਗਾ ਜੀ, 18 ਈਅਰ, ਠੀਕ ਹੈ। ਤਾਂ ਚਾਈਲਡ ਇਜ਼ ਅ ਹਿਊਮਨ ਬੀਇੰਗ ਆਫ ਏਜ ਟਿਲ 18 ਈਅਰ। ਜਿਹੜੇ ਫੈਕਟਰੀਜ਼ ਐਕਟ ਨੇ ਉਹਨਾਂ ਦੇ ਅਕੋਰਡਿੰਗ 14 ਈਅਰ ਕੰਸੀਡਰ ਕੀਤਾ ਗਿਆ ਸੀ, ਠੀਕ ਹੈ ਜੀ। ਜਿਹੜੇ ਸੈਕਸ਼ੂਅਲ ਅਫੈਂਸ ਦੇ ਨਾਲ ਰਿਲੇਟਡ ਐਕਟ ਸੀਗੇ ਉਹਨਾਂ ਦੇ ਵਿੱਚ ਪਹਿਲਾਂ ਏਜ 16 ਈਅਰ ਸੀਗੀ, ਬਟ ਜਿਹੜਾ ਹੁਣ ਮੋਸਟ ਕਾਮਨਲੀ ਸਾਡੇ ਕੋਲ ਆਉਂਦਾ ਹੈਗਾ ਕਿ ਐਵਰੇਜ ਏਜ ਕਿੰਨੀ ਕੰਸੀਡਰ ਕੀਤੀ ਜਾਂਦੀ ਹੈ ਚਾਈਲਡ ਦੀ, ਤਾਂ ਸਾਡੇ ਕੋਲ ਆਨਸਰ ਆਏਗਾ ਜੀ 18 ਈਅਰ, ਠੀਕ ਹੈ ਜੀ। ਜੇ ਤੁਹਾਨੂੰ ਫੈਕਟਰੀਜ਼ ਐਕਟ ਦੇ ਅਕੋਰਡਿੰਗ ਉਹ ਜਦੋਂ ਤੁਹਾਡੇ ਕੋਲ ਐਕਟ ਦੀਆਂ ਕਲਾਸਿਸ ਆਉਣਗੀਆਂ, ਇਹ ਸਾਰੇ ਤੁਹਾਨੂੰ ਐਕਟ ਕੱਲੇ ਡਿਫਾਈਨ ਕੀਤੇ ਗਏ ਨੇ ਲੈਜਿਸਲੇਸ਼ਨ ਪਾਰਟ ਦੇ ਅੰਡਰ, ਤਾਂ ਉੱਥੇ ਤੁਹਾਨੂੰ ਕਲੀਅਰ ਕਰੂੰਗੀ ਕਿ ਕਿਸ ਐਕਟ ਦੇ ਵਿੱਚ ਕਿੰਨੀ ਏਜ ਕੰਸੀਡਰ ਕੀਤੀ ਗਈ ਹੈ। ਜਿਵੇਂ ਐਕਟ ਡਿਫਾਈਨ ਕਰਦੇ ਨੇ ਕਿ ਅਕੋਰਡਿੰਗ ਟੂ ਦਿਸ ਐਕਟ, ਹਨਾ, ਤਾਂ ਚਾਈਲਡ ਅਸੀਂ ਕਿੱਥੋਂ ਤੱਕ ਕੰਸੀਡਰ ਕਰਾਂਗੇ ਏਜ ਆਫ ਚਾਈਲਡ, ਤਾਂ ਫਿਰ ਤੁਸੀਂ ਐਕਟ ਦੇ ਅਕੋਰਡਿੰਗ ਆਨਸਰ ਤੁਹਾਡਾ ਡਿਫਰੈਂਟ ਹੋਊਗਾ। ਬਟ ਨਾਰਮਲ ਜਿਹੜਾ ਹੈਗਾ ਉਹ ਚਾਈਲਡ ਦੀ ਏਜ ਕੀ ਹੋਊਗੀ, 18 ਈਅਰ, ਠੀਕ ਹੈ ਜੀ। ਨੈਕਸਟ ਕੁਐਸਚਨ ਆ ਜੀ ਸਾਡੇ ਕੋਲ, ਚਾਈਲਡ ਸਰਵਿਸ ਚਾਈਲਡ ਵੈਲਫੇਅਰ ਇਜ਼, ਠੀਕ ਹੈ। ਤਾਂ ਚਾਈਲਡ ਵੈਲਫੇਅਰ ਹੈ ਕੀ ਸਾਡੇ ਕੋਲ ਬੇਸਿਕਲੀ, ਤਾਂ ਚਾਈਲਡ ਵੈਲਫੇਅਰ ਕੀ ਹੈਗਾ ਬੇਟਾ ਜੀ, ਇੱਕ ਸਰਵਿਸ ਆ। ਤਾਂ ਸਾਡੇ ਕੋਲ ਸਿੰਪਲ ਆਨਸਰ ਆਊਗਾ ਇਜ਼ ਅ ਸਰਵਿਸ। ਕਿਹੜੀ ਸਰਵਿਸ ਹੈਗੀ ਆ, that concerned with, ਠੀਕ ਹੈ, concerned with physical, social and psychological, ठीक है जी, psychological well-being of children, ठीक है। पर्टिकुलर किहड़े चिल्ड्रन होणगे इहदे विच, which are suffering from the effects of poverty, मतलब कि इकोनॉमिक और lacking normal parental care and supervision, ठीक है जी। ਤਾਂ ਕੀ ਹੈ ਕਿ ਚਾਈਲਡ ਵੈਲਫੇਅਰ ਇੱਕ ਸਰਵਿਸ ਆ, ਠੀਕ ਹੈ, ਜਿਹੜੀ ਕੰਸਰਨਡ ਕਰਦੀ ਹੈ ਵਿਦ ਫਿਜ਼ੀਕਲ, ਜਿਹੜੇ ਬੱਚੇ ਸਰੀਰਕ, ਠੀਕ ਹੈ, ਬੱਚੇ ਦੀ ਜਿਹੜੀ ਸਰੀਰ ਹੈਗਾ, ਸੋਸ਼ਲ ਯਾਨੀ ਕਿ ਸਮਾਜਿਕ, ਠੀਕ ਹੈ, ਸਾਈਕੋਲੋਜੀਕਲ ਯਾਨੀ ਕਿ ਮਨੋਵਿਗਿਆਨਿਕ। ਤਾਂ ਬੱਚੇ ਦੇ ਹਰ ਇੱਕ ਪੱਖ ਤੋਂ ਬੱਚੇ ਦੀ ਜਿਹੜੀ ਵੈਲ ਬੀਇੰਗ ਹੈਗੀ ਆ
ਉਹਦੇ ਨਾਲ ਕੰਸਰਨ ਕਰਦੀਆਂ ਸਰਵਿਸ। ਤਾਂ ਬੱਚੇ ਦੀ ਆਲ ਰਾਊਂਡ ਡਿਵੈਲਪਮੈਂਟ ਦੇ ਨਾਲ ਰਿਲੇਟਡ ਜਿਹੜੀਆਂ ਸਾਡੀਆਂ ਸਰਵਿਸਿਜ਼ ਹੋਣਗੀਆਂ ਦੈਟ ਆਰ ਚਾਈਲਡ ਵੈਲਫੇਅਰ। ਜੇ ਅਸੀਂ ਪਰਟੀਕੁਲਰ ਗੱਲ ਕਰਦੇ ਹਾਂ ਤਾਂ ਜਿਹੜੇ ਬੱਚੇ ਖਾਸ ਤੌਰ ਤੇ ਸਫਰ ਕਰ ਰਹੇ ਹੈਗੇ ਆ ਪਾਵਰਟੀ ਯਾਨੀ ਕਿ ਗਰੀਬੀ ਦੇ ਨਾਲ, ਜਾਂ ਫਿਰ ਉਹਨਾਂ ਨੂੰ ਜਿਹੜੀ ਹੈਗੀ ਆ ਪੇਰੈਂਟਲ ਯਾਨੀ ਕਿ ਜਿਹੜੀ ਪਰਵਰਿਸ਼ ਹੈਗੀ ਉਹ ਪ੍ਰੋਪਰ ਨਹੀਂ ਮਿਲ ਰਹੀ, ਮਾਤਾ ਪਿਤਾ ਵੱਲੋਂ ਪੂਰੀ ਕੇਅਰ ਨਹੀਂ ਪ੍ਰੋਵਾਈਡ ਹੋ ਰਹੀ, ਸੁਪਰਵਿਜ਼ਨ ਨਿਗਰਾਨੀ ਨਹੀਂ ਪ੍ਰੋਪਰ ਮਿਲ ਰਹੀ, ਤਾਂ ਉਸ ਕੇਸ ਦੇ ਵਿੱਚ ਵੀ ਅਸੀਂ ਬੱਚੇ ਨੂੰ ਜੋ ਅਸੀਂ ਕੇਅਰ ਪ੍ਰਦਾਨ ਕਰਦੇ ਹਾਂ ਦੈਟ ਇਜ਼ ਅ ਵੈਲਫੇਅਰ। ਠੀਕ ਹੈ, ਤਾਂ ਇਟ ਮੀਨਸ ਚਾਈਲਡ ਵੈਲਫੇਅਰ ਇਜ਼ ਅ ਸਰਵਿਸ। ਠੀਕ ਹੈ ਜੀ, ਇਸ ਤੋਂ ਬਿਨਾਂ ਵੀ ਧਿਆਨ ਦੇ ਵਿੱਚ ਰੱਖਿਓ ਇਟ ਇਜ਼ ਅ ਸਰਵਿਸ that may only apply only the essential measures to keep children alive। ਤਾਂ ਬੱਚਿਆਂ ਨੂੰ ਜਿਉਂਦੇ ਰੱਖਣ ਦੇ ਲਈ ਕਿਹੜੇ ਬੱਚਿਆਂ ਨੂੰ ਅਸੀਂ ਕੰਸੀਡਰ ਕਰਾਂਗੇ ਜੀ, ਜਿਨ੍ਹਾਂ ਨੂੰ ਐਮਰਜੈਂਸੀ ਫੀਡਿੰਗ ਦੀ ਲੋੜ ਹੈਗੀ ਆ, ਮਤਲਬ ਜਿਨ੍ਹਾਂ ਨੂੰ ਫੀਡ ਨਹੀਂ ਮਿਲ ਰਿਹਾ, ਤਾਂ ਜਿਹੜੇ ਬੱਚਿਆਂ ਨੂੰ ਐਮਰਜੈਂਸੀ ਫੀਡਿੰਗ ਦੀ ਲੋੜ ਹੈਗੀ ਆ, ਐਮਰਜੈਂਸੀ ਸ਼ੈਲਟਰ ਰਹਿਣ ਲਈ ਜਗ੍ਹਾ ਨਹੀਂ ਹੈਗੀ, ਠੀਕ ਹੈ, ਜਾਂ ਫਿਰ ਉਹਨਾਂ ਕੋਲ ਜਿਹੜੀਆਂ ਸਿੰਪਲ ਜਿਹੜੀਆਂ ਹੈਗੀਆਂ ਪਬਲਿਕ ਹੈਲਥ ਪ੍ਰੀਕਾਸ਼ਨਸ ਨਹੀਂ ਹੈਗੀਆਂ, ਪਬਲਿਕ ਹੈਲਥ ਕੇਅਰ ਨਹੀਂ ਉਹਨਾਂ ਨੂੰ ਪ੍ਰੋਵਾਈਡ ਹੋ ਰਹੀ, ਮਤਲਬ ਕਿ ਬੱਚੇ ਨੂੰ ਹੈਲਥ ਨੂੰ ਲੈ ਕੇ, ਉਹਨਾਂ ਦੇ ਰਹਿਣ ਨੂੰ, ਸ਼ੈਲਟਰ ਨੂੰ ਲੈ ਕੇ ਜਾਂ ਖਾਣ ਪੀਣ ਨੂੰ ਲੈ ਕੇ ਜੋ ਉਹਨਾਂ ਦੀ ਐਮਰਜੈਂਸੀ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਦੇ ਹਾਂ ਦੇयर ਆਲਸੋ ਆ ਚਾਈਲਡ ਵੈਲਫੇਅਰ ਸਰਵਿਸਿਜ਼। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਬੇਟਾ ਜੀ ਸਾਡੇ ਕੋਲ, which of following problem behind the need for child welfare। ਠੀਕ ਹੈ ਜੀ, ਤਾਂ ਸਾਨੂੰ ਕਿਹੜੀਆਂ ਪ੍ਰੋਬਲਮਸ ਨੇ, ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਜਿੰਨਾ ਕਰਕੇ ਸਾਨੂੰ ਚਾਈਲਡ ਵੈਲਫੇਅਰ ਦੀ ਲੋੜ ਪਈ। ਠੀਕ ਹੈ ਜੀ, ਤਾਂ ਕਿਹੜੀਆਂ ਪ੍ਰੋਬਲਮ ਸੀਗੀਆਂ ਬੇਟਾ ਜੀ, ਡੈਫੀਨੇਟਲੀ ਚਾਈਲਡ ਲੇਬਰ ਇਜ਼ ਅ ਮੇਜਰ ਇਸ਼ੂ ਇਨ ਇੰਡੀਆ। ਠੀਕ ਹੈ, dreadful diseases like the dreadful diseases major diseases ਜਿਵੇਂ ਅਸੀਂ ਕਹਿ ਦਈਏ ਮਲੇਰੀਆ ਹੋ ਗਿਆ, ਠੀਕ ਹੈ ਜੀ, ਜਾਂ ਅਸੀਂ ਇਹ ਕਹਿ ਦਈਏ ਡਾਇਰੀਆ ਹੋ ਗਿਆ ਬੱਚਿਆਂ ਨੂੰ, ਠੀਕ ਹੈ ਜੀ, ਡਾਇਰੀਆ ਹੋ ਰਿਹਾ, ਜਾਂ ਅਸੀਂ ਕਹਿ ਦਈਏ ਨਿਮੋਨੀਆ ਹੋ ਰਿਹਾ, ਤੇ ਡਰੈਡਫੁਲ ਡਿਸੀਜ਼ਸ ਨੇ ਬੱਚਿਆਂ ਦੇ ਲਈ। ਇਹਨਾਂ ਡਿਸੀਜ਼ਸ ਦੇ ਦੌਰਾਨ ਵੀ ਬੱਚੇ ਨੂੰ ਜਿਹੜੀ ਹੈਗੀ ਆ ਵੈਲਫੇਅਰ ਜਾਂ ਕੇਅਰ ਦੀ ਜ਼ਰੂਰਤ ਪੈਂਦੀ ਆ, ਜਾਂ ਮਾਲ ਨਿਊਟ੍ਰੀਸ਼ਨ ਹੋ ਗਿਆ ਯਾਨੀ ਕਿ ਬੱਚਿਆਂ ਦੇ ਵਿੱਚ ਕੁਪੋਸ਼ਣ ਹੋ ਗਿਆ, ਪ੍ਰੋਪਰ ਉਹ ਡਾਈਟ ਨਹੀਂ ਲੈ ਪਾ ਰਹੇ, ਬੈਲੈਂਸ ਡਾਈਟ ਨਹੀਂ ਲੈ ਰਹੇ, ਨਿਊਟ੍ਰੀਐਂਟਸ ਨਹੀਂ ਲੈ ਰਹੇ, ਤਾਂ ਮਾਲ ਨਿਊਟ੍ਰੀਸ਼ਨ। ਤਾਂ ਸਾਡੇ ਕੋਲ ਆਨਸਰ ਆ ਜਾਏਗਾ ਜੀ ਆਲ ਆਫ ਥੀਸ। ਠੀਕ ਹੈ ਜੀ, ਤਾਂ ਕਿਹੜੀਆਂ ਪ੍ਰੋਬਲਮਸ ਨੇ ਬਿਹਾਈਂਡ ਆਲ ਆਫ ਥੀਸ। ਠੀਕ ਹੈ ਜੀ, ਇਹਨਾਂ ਸਾਰੀਆਂ ਪ੍ਰੋਬਲਮਸ ਦੇ ਕਰਕੇ ਹੀ ਆ ਚਾਈਲਡ ਨੀਡ ਆ ਚਾਈਲਡ ਵੈਲਫੇਅਰ। ਠੀਕ ਹੈ, ਨੈਕਸਟ ਹੈ ਬੇਟਾ ਜੀ ਸਾਡੇ ਕੋਲ ਵੇਅਰ ਦਾ ਕਨਸੈਪਟ ਆਫ ਚਾਈਲਡ ਕੇਅਰ ਬਿਗਨ ਟੂ ਡਿਵੈਲਪ। ਤਾਂ ਕਿੱਥੇ ਕਹਿੰਦੇ ਜਿਹੜਾ ਹੈਗਾ ਚਾਈਲਡ ਕੇਅਰ ਦਾ ਕਨਸੈਪਟ ਪ੍ਰੋਪਰਲੀ ਡਿਵੈਲਪ ਹੁੰਦਾ, ਇੱਥੇ ਵੈਸੇ ਤੁਹਾਡਾ ਆਨਸਰ ਆ ਜਾਏਗਾ ਫਰਾਂਸ। ਬਟ ਇਸ ਤੋਂ ਪਹਿਲਾਂ ਵੀ ਜੇ ਅਸੀਂ ਗੱਲ ਕਰੀਏ ਬੇਟਾ, ਜਿੰਨੀਆਂ ਵੀ ਇਸਲਾਮਿਕ ਕੰਟਰੀ ਸੀਗੀਆਂ, ਠੀਕ ਹੈ, ਜਾਂ ਅਸੀਂ ਕਹਿ ਦਈਏ ਜਿੰਨੀਆਂ ਵੀ ਕੈਥੋਲਿਕ ਕੰਟਰੀ ਸੀ, ਮਤਲਬ ਜਿੱਥੇ ਈਸਾਈ ਧਰਮ ਸੀਗਾ ਹਨਾ, ਜਿੱਥੇ ਕ੍ਰਿਸਚੀਅਨ ਧਰਮ ਸੀਗਾ, ਤਾਂ ਉਹ ਜਿਹੜੀਆਂ ਕੈਥੋਲਿਕ ਕੰਟਰੀ ਸੀਗੀਆਂ ਜਾਂ ਇਸਲਾਮਿਕ ਕੰਟਰੀ ਸੀਗੀਆਂ, ਇਹਨਾਂ ਦੀਆਂ ਜਿਹੜੀਆਂ ਇਹਨਾਂ ਦੇ ਨਾਲ ਕਾਫੀ ਅਟੈਚ ਸੀਗੇ ਆਰਫਨੇਜ, ਮਤਲਬ ਇਹਨਾਂ ਨੇ ਆਰਫਨੇਜਸ ਖੋਲੇ, ਆਪਾਂ ਇਹ ਕਹਿ ਸਕਦੇ ਹਾਂ ਅਨਾਥ ਆਸ਼ਰਮ ਖੋਲੇ ਹੈ ਨਾ। ਹੁਣ ਅਨਾਥ ਆਸ਼ਰਮ ਦਾ ਡਾਇਰੈਕਟ ਰਿਲੇਸ਼ਨ ਹੈਗਾ ਚਾਈਲਡ ਵੈਲਫੇਅਰ ਦੇ ਨਾਲ। ਹੁਣ ਅਨਾਥ ਆਸ਼ਰਮ ਕਿਉਂ ਖੋਲੇ ਜਾਂਦੇ ਆ ਕਿ ਜਿਹੜੇ ਵੀ ਬੱਚੇ ਪ੍ਰੋਪਰ ਪੇਰੈਂਟਸ ਕੇਅਰ ਨਹੀਂ ਪ੍ਰਾਪਤ ਕਰ ਪਾ ਰਹੇ, ਠੀਕ ਹੈ, ਜਿਨ੍ਹਾਂ ਨੂੰ ਨਹੀਂ ਮਿਲ ਰਹੀ ਕੇਅਰ, ਉਹਨਾਂ ਦੇ ਪੇਰੈਂਟਸ ਨਹੀਂ ਹੈਗੇ, ਤਾਂ ਉਹਨਾਂ ਨੂੰ ਫਿਰ ਅਸੀਂ ਆਰਫਨੇਜਸ ਦੇ ਵਿੱਚ ਭੇਜ ਦਿੰਦੇ ਹਾਂ। ਤਾਂ ਚਾਈਲਡ ਵੈਲਫੇਅਰ ਦੇ ਨਾਲ ਡਾਇਰੈਕਟ ਡੀਲ ਕਰਦੇ ਹੈਗੇ ਆਰਫਨੇਜ। ਤੇ ਪਹਿਲਾਂ ਇਸਲਾਮਿਕ ਤੇ ਕੈਥੋਲਿਕ ਜਿਹੜੇ ਰਿਲੀਜਨ ਸੀਗੇ ਜਾਂ ਕੰਟਰੀ ਸੀਗੀਆਂ, ਉਹਨਾਂ ਦੇ ਵਿੱਚ ਅਡਾਪਟ ਕੀਤਾ ਗਿਆ ਸੀ। ਜਿਵੇਂ ਕਿ ਇਸਲਾਮਿਕ ਜੇ ਅਸੀਂ ਗੱਲ ਕਰੀਏ ਤਾਂ ਇਸਲਾਮਿਕ ਇੱਕ ਕੰਟਰੀ ਹੈ ਮੈਸ਼ਾਦ, ਠੀਕ ਹੈ, ਮੈਸ਼ਾਦ ਦੀ ਜਿਹੜੀ ਇਰਾਨੀਅਨ ਮੌਸਿਕ ਸੀ, ਮੌਸਕ ਯਾਨੀ ਕਿ ਮਸਜਿਦ, ਇਰਾਨੀਅਨ ਮੌਸਕ ਦੇ ਨਾਲ ਜਿਹੜੀ ਰਿਲੇਟ ਕਰਦਾ ਸੀਗਾ ਆਰਫਨੇਜ, ਮੈਸ਼ਾਦ ਦੀ ਜਿਹੜੀ ਇਰਾਨੀਅਨ ਮੌਸਿਕ ਸੀਗੀ ਉੱਥੇ ਆਰਫਨੇਜ ਓਪਨ ਕੀਤਾ ਗਿਆ। ਤਾਂ ਇਟ ਮੀਨਸ ਕੀ ਆ ਕਿ ਕਾਫੀ ਪੁਰਾਣਾ ਕਨਸੈਪਟ ਇਹ ਹੈ, ਠੀਕ ਹੈ। ਬਟ ਪ੍ਰੋਪਰ ਜੇ ਅਸੀਂ ਗੱਲ ਕਰੀਏ ਜਿਹੜਾ ਇੱਕ ਸਿਸਟਮੈਟਿਕਲੀ ਵੇ ਦੇ ਨਾਲ ਚਾਈਲਡ ਕੇਅਰ ਦਾ ਕਨਸੈਪਟ ਸਾਹਮਣੇ ਆਉਂਦਾ, ਤਾਂ ਉਹ ਆਉਂਦਾ ਹੈਗਾ ਬੇਟਾ ਜੀ ਫ੍ਰੈਂਚ ਰੈਵੋਲੂਸ਼ਨ ਦੇ ਨਾਲ। ਠੀਕ ਹੈ ਜੀ, ਫ੍ਰੈਂਚ ਰੈਵੋਲੂਸ਼ਨ ਦੇ ਨਾਲ ਹੀ ਜਿਹੜਾ ਸੀਗਾ ਸਾਡੇ ਕੋਲ 17th ਸੈਂਚੁਰੀ ਦੇ ਵਿੱਚ ਫਰਾਂਸ ਦੇ ਵਿੱਚ ਪਹਿਲੀ ਵਾਰ ਜਿਹੜਾ ਸੀਗਾ ਚਾਈਲਡ ਕੇਅਰ ਕਨਸੈਪਟ ਨੂੰ ਅਡਾਪਟ ਕੀਤਾ ਗਿਆ। ਤੇ ਉਸ ਤੋਂ ਬਾਅਦ ਫਰਾਂਸ ਦੇ ਵਿੱਚ ਹੀ ਬੇਟਾ ਜੀ 1841, ਠੀਕ ਹੈ, 1841 ਦੇ ਵਿੱਚ ਜਿਹੜਾ ਸੀਗਾ ਫਰਾਂਸ ਦੇ ਵਿੱਚ ਬੱਚਿਆਂ ਨੂੰ ਹੈਲਪ ਪ੍ਰੋਵਾਈਡ ਕਰਨ ਦੇ ਲਈ, ਖਾਸ ਕਰਕੇ ਉਹ ਬੱਚੇ ਜਿਹੜੇ ਕਿ ਵਰਕ ਕਰਦੇ ਹੈਗੇ ਆਪਣੀ ਰੋਜੀ ਰੋਟੀ ਦੇ ਲਈ, ਤਾਂ ਉਹਨਾਂ ਨੂੰ ਵਰਕ ਪਲੇਸ ਦੇ ਉੱਪਰ ਪ੍ਰੋਟੈਕਸ਼ਨ ਦੇਣ ਦੇ ਲਈ, ਉਹਨਾਂ ਨੂੰ ਐਕਸਪਲੋਰ ਹੋਣ ਤੋਂ ਬਚਾਉਣ ਦੇ ਲਈ, ਠੀਕ ਹੈ, ਐਕਸਪਲੋਟੇਸ਼ਨ ਤੋਂ ਬਚਾਉਣ ਦੇ ਲਈ ਜਿਹੜੇ ਸੀਗੇ
शुरू किया गया सीगा फ्रांस दे विच। की शुरू किया गया सीगा एक्ट, ठीक है, माइनर राइट्स, प्रोग्रेसिव माइनर राइट्स एक्ट अडॉप्ट किए गए सीगे ते माइनर राइट्स जेडे एक्ट सीगे उन्हां नूं फ्रांस दे विच शुरू किया गया, इस करके असीं इत्थे दा आंसर फ्रांस कंसीडर करते हैं। उस तो बाद जिहड़ियां फर्दर जिथे जिथे भी इंडस्ट्रीयल रेवोल्यूशन आउंदी गई उत्थे जिहड़ा सीगा चाइल्ड केयर दे कॉन्सैप्ट नूं प्रमोट किया जान लग गया, क्योंकि जिथे भी इंडस्ट्रीज सैटअप हुई उत्थे बच्चों की चाइल्ड लेबर इट मीनस आई है ना, उन्होंने एक्सप्लोटेशन वधी, तो उस कंडीशन दे विच फिर बच्चों को राइट्स देने के लिए उन्होंने केयर प्रोवाइड करने के लिए सारा सिस्टम सीगा जां सारे जिहड़े राइट्स सीगे जां वेलफेयर सीगी वो शुरू होनी स्टार्ट हो गई। ठीक है जी। नेक्स्ट बेटा जी सारे को क्वेश्चन है, एग्लैंटन जैब वाज द फाउंडर ऑफ, वेरी वेरी इंपॉर्टेंट क्वेश्चन। एग्लैंटन जैब बेटा जी सेव द चिल्ड्रन फंड, ठीक है, सेव द चिल्ड्रन फंड एसोसिएशन है एनजीओ एक तरीके दे नाल, ठीक है, जेड़ा कि यूके यूनाइटेड किंगडम लंदन दे विच सेटअप किया गया सीगा। ठीक है, कदों सेटअप किया गया सीगा जी 1919 दे विच, ठीक है जी, 1919 दे विच इहनूं स्थापित किया गया सीगा, सेटअप किया गया सीगा। ते एग्लैंटन जैब दे नाल इन्हां दी ही सिस्टर सीगी डॉरथी बक्सटन, ठीक है, बक्सटन, ये दोनों ने मिलके इस फाउंडेशन को शुरू किया सी, जिहदा मेन पर्पस की सीगा कि जेडे भी बच्चे हैगे ने, ठीक है, खास करके जेडे बच्चे फर्स्ट वर्ल्ड वॉर फर्स्ट दे विच विक्टिम सीगे जेडे चाइल्ड, उन्हां नूं प्रोटेक्शन देना, उन्हां नूं जेडी हैगी आ उन्हां नूं असिस्टेंस देना, दैट इज द मेजर मोटिव ऑफ द सेव ऑफ चिल्ड्रन, ठीक है, एसोसिएशन। क्लियर जी। इत्थे जिहड़ियां बाकी एसोसिएशन है मैं थोड़ा जिहा उन्हां बारे दस दिंदी हां। स्माइल इज इट्स आल्सो एनजीओ इन इंडिया, नेशनल बेस के ऊपर हैगा, न्यू दिल्ली दे विच इहनूं सेटअप किया गया सीगा 2002 दे विच, ठीक है, 2002 दे विच इहनूं सेटअप कीता ते सेटअप किन्हां ने कीता सीगा जी शांतनु मिश्रा। क्लियर जी। उस बाद बेटा एक होर तुहानूं दित्ता होया गूंज, गूंज दी किहने सेटअप कीता है इंपॉर्टेंट नहीं है, बट इहदा एक मोटिव काफी इंपॉर्टेंट आ। 1999 ਦੇ ਵਿੱਚ ਜਿਹੜਾ ਸੀਗਾ ਇਹਨੂੰ ਸੈਟਅਪ ਕੀਤਾ ਗਿਆ ਸੀ। ਇਹਦਾ ਮੋਟਿਵ ਮਤਲਬ ਜਿਹੜਾ ਲੋਗੋ ਇੱਕ ਤਰੀਕੇ ਨਾਲ ਲੋਗੋ ਨਹੀਂ ਅਸੀਂ ਕੀ ਬੋਲ ਸਕਦੇ ਹੈਗੇ, ਇੱਕ ਤਰੀਕੇ ਦਾ ਸਲੋਗਨ ਹੈ ਨਾ, ਜਿਹੜਾ ਇਹਦਾ ਮੇਨ ਸਲੋਗਨ ਸੀਗਾ ਗੂੰਜ ਦਾ, that is a very important a voice, ਇਹ ਕਈ ਵਾਰ ਪੁੱਛ ਲਿਆ ਜਾਂਦਾ, voice and effort, ठीक है, and a voice and effort is the motive of गूंज, ठीक है जी। नेक्स्ट है बेटा जी साडे कोल जिनेवा डेक्लेरेशन ऑफ द राइट्स ऑफ द चिल्ड्रन हेल्ड एट, ठीक है, हेल्ड एट नहीं आऊगा मतलब इन विच ईयर आउना सी, ता जिनेवा डेक्लेरेशन किस ईयर दे विच होई, ता बेटा जी साडे कोल जेडी जिनेवा दी डेक्लेरेशन हुई सी जिनेवा स्विट्जरलैंड दे विच, ता 1924 दे विच जेडी ये डेक्लेरेशन हुई सी। बहुत इंपॉर्टेंट डेक्लेरेशन है क्योंकि ये पहली डेक्लेरेशन सीगी, ठीक है, पर ये कह सकते हैं, ये भी ध्यान दे विच रखो कि लीग ऑफ नेशन ने, लीग ऑफ नेशन ने अडॉप्ट किया सी, लीग ऑफ नेशन ਤੁਹਾਨੂੰ ਤੁਸੀਂ वर्ड हिस्टरी काफी बच्चों ने करी होएगी, तो वर्ड हिस्टरी ਦੇ ਵਿੱਚ ਤੁਸੀਂ ਪੜਿਆ ਸੀਗਾ ਕਿ ਫਰਸਟ ਵਰਲਡ ਵਾਰ ਤੋਂ ਬਾਅਦ ਆ ਜਿਹੜੀ ਪੂਰੀਆਂ ਕੰਟਰੀਜ਼ ਦੇ ਵਿੱਚ ਪੀਸ ਬਣਾਈ ਰੱਖਣ ਦੇ ਲਈ, ਸ਼ਾਂਤੀ ਬਣਾਈ ਰੱਖਣ ਦੇ ਲਈ ਲੀਗ ਆਫ ਨੇਸ਼ਨ ਨੂੰ ਅਡਾਪਟ ਕੀਤਾ, ਬਣਾਈ ਗਈ ਸੀ ਲੀਗ ਆਫ ਨੇਸ਼ਨ। ਉਸ ਤੋਂ ਬਾਅਦ ਲੀਗ ਆਫ ਨੇਸ਼ਨ ਖਤਮ ਹੋ ਗਈ, ਦੂਜੇ ਕਿਉਂਕਿ ਦੂਜਾ ਸੈਕੰਡ ਵਰਲਡ ਵਾਰ ਆ ਜਿਹੜੀ ਉਹ ਹੁੰਦੀ ਹੈ, ਤਾਂ ਉਸ ਤੋਂ ਬਾਅਦ ਫਿਰ ਯੂਐਨਓ यूनाइटेड नेशन ऑर्गेनाइजेशन सामने आती है, बट उस तो पहला यूनाइटेड नेशन ऑर्गेनाइजेशन तो फर्स्ट वर्ल्ड वॉर तो बाद साडे कोल लीग ऑफ नेशन सेटअप हुई सी, तो इट मीनस जेडी हैगी आ साडे कोल इथे लीग ऑफ नेशन ने ही 1924 दे विच जिनेवा डेक्लेरेशन नु अडॉप्ट कीता सी। हुण ये डेक्लेरेशन इंपॉर्टेंट क्यों हैगी आ बेटा जी, क्योंकि इस करके इंपॉर्टेंट है बिकॉज इट्स अ हिस्टोरिक डॉक्यूमेंट, ठीक है, एक हिस्टोरिक डॉक्यूमेंट है। क्यों हिस्टोरिक है, क्योंकि ਇਹਦੇ ਵਿੱਚ फर्स्ट टाइम रैकोगनाइज किया गया सीगा, ठीक है, कि रैकोगनाइज ਜਾਂ ਆਪਾਂ ਕਹਿ ਸਕਦੇ ਹਾਂ ਫਰਮ ਕੀਤਾ ਗਿਆ ਸੀਗਾ, ਕਿਹਨੂੰ ਫਰਮ ਕੀਤਾ ਗਿਆ ਸੀਗਾ ਜੀ, ਐਗਜ਼ਿਸਟੈਂਸ ਆਫ ਚਾਈਲਡ ਰਾਈਟਸ, ਠੀਕ ਹੈ, ਚਾਈਲਡ ਰਾਈਟਸ ਹੋਣੇ ਚਾਹੀਦੇ ਨੇ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਲਈ, ਐਂਡ ਆਲਸੋ ਦਾ ਰਿਸਪੌਂਸਿਬਿਲਟੀ ਆਫ, ਠੀਕ ਹੈ, ਰਿਸਪੌਂਸਿਬਿਲਟੀ ਆਫ ਅਡਲਟਸ टूवर्ड चिल्ड्रन। क्लियर, ये इस करके इंपॉर्टेंट है बेटा जी, ठीक है, क्योंकि जिहड़ी साडे कोल जिनेवा डेक्लेरेशन सीगी, इसे डेक्लेरेशन दे विच ही फर्स्ट टाइम जिहड़े चाइल्ड राइट्स सीगे, बाल अधिकार सीगे, उन्हां दी एग्जिस्टेंस होनी चाहिदी है ना, इस दे उपर जोर दिता गया सी। इसे करके 1959 दे विच जिहड़ा सीगा यूएन असेंबली ने
ਚਾਈਲਡ ਰਾਈਟਸ ਜਿਹੜੀ ਸੀਗੀ ਉਹਨੂੰ ਅਡਾਪਟ ਕਰ ਲਿਆ ਸੀ ਚਾਈਲਡ ਰਾਈਟਸ ਆਫ ਚਿਲਡਰਨ ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ 1989 ਦੇ ਵਿੱਚ ਜਿਹੜੀ ਹੈਗੀ ਆ ਅੱਗੇ ਜਾ ਕੇ ਕਨਵੈਨਸ਼ਨ ਵੀ ਹੁੰਦੀ ਆ। ਤਾਂ ਇਟ ਮੀਨਸ ਚਾਈਲਡ ਰਾਈਟਸ ਨੂੰ ਲੈ ਕੇ ਜਿਹੜੀ ਪਹਿਲੀ ਵਾਰ ਕੋਈ ਡੈਕਲੇਰੇਸ਼ਨ ਹੋਈ ਸੀ ਤਾਂ ਉਹ ਜਨੇਵਾ ਡੈਕਲੇਰੇਸ਼ਨ ਸੀ, ਇਸ ਕਰਕੇ ਇਹ ਇੰਪੋਰਟੈਂਟ ਆ। ਕਲੀਅਰ ਜੀ। 1990 ਦੇ ਵਿੱਚ ਅਸੀਂ ਗੱਲ ਕੀਤਾ ਸੀਗਾ ਸੇਵ ਦਾ ਚਿਲਡਰਨ ਫਾਊਂਡੇਸ਼ਨ, ਠੀਕ ਹੈ। ਸੇਵ ਦਾ ਚਿਲਡਰਨ ਫੰਡ ਜਿਹੜਾ ਹੈਗਾ ਫਰਸਟ ਟਾਈਮ ਚਾਈਲਡ ਰਾਈਟਸ ਨੂੰ ਲੈ ਕੇ ਇਹਨੇ ਵੀ ਚਾਈਲਡ ਵੈਲਫੇਅਰ ਨੂੰ ਲੈ ਕੇ ਆਪਣਾ ਜਿਹੜਾ ਸੀ ਐਫਰਟਸ ਦਿੱਤੀਆਂ। ਉਸ ਤੋਂ ਬਾਅਦ 1920 ਦੇ ਵਿੱਚ ਰੈੱਡ ਕਰਾਸ ਨੇ ਹਨਾ ਚਾਈਲਡ ਵੈਲਫੇਅਰ ਨੂੰ ਲੈ ਕੇ ਜਿਹੜੀ ਸੀਗੀ ਕਮੇਟੀ ਦਾ ਗਠਨ ਕੀਤਾ, ਕਮੇਟੀ ਨੂੰ ਸੈਟਅਪ ਕੀਤਾ, ਠੀਕ ਹੈ ਜੀ। 1920 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਨੇਵਾ ਡੈਕਲੇਰੇਸ਼ਨ ਹੋ ਜਾਂਦੀ ਹੈ ਤੇ 1959 ਦੇ ਵਿੱਚ ਵੈਰੀ ਇੰਪੋਰਟੈਂਟ ਬੇਟਾ ਰਾਈਟਸ ਆਫ ਦਾ ਚਿਲਡਰਨ, ਅਗਲਾ ਤੁਹਾਡਾ ਕੁਐਸਚਨ ਇਹੀ ਹੈ ਨਾ, ਰਾਈਟਸ ਆਫ ਦਾ ਚਾਈਲਡ ਨੂੰ ਅਡਾਪਟ ਕਰ ਲਿਆ ਸੀ ਬਾਈ ਯੂਐਨਓ ਯਾਨੀ ਕਿ ਯੂਨਾਈਟਿਡ ਨੇਸ਼ਨ ਜੀਏ ਜਨਰਲ ਅਸੈਂਬਲੀ ਨੇ, ਠੀਕ ਹੈ ਜੀ, ਜਨਰਲ ਅਸੈਂਬਲੀ ਨੇ। ਕਲੀਅਰ। ਨੈਕਸਟ ਕੁਐਸਚਨ ਹੈ ਬੇਟਾ ਜੀ ਤੁਹਾਡੇ ਕੋਲ ਦਾ ਯੂਐਨ, ਠੀਕ ਹੈ, ਯਾਨੀ ਯੂਐਨ ਮਤਲਬ ਯੂਨਾਈਟਿਡ ਨੇਸ਼ਨ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਅਡਾਪਟ ਦਾ ਰਾਈਟਸ ਆਫ ਦਾ ਚਾਈਲਡ। ਰਾਈਟਸ ਆਫ ਚਾਈਲਡ ਨੂੰ ਕਦੋਂ ਅਡਾਪਟ ਕੀਤਾ ਗਿਆ ਸੀ ਬੇਟਾ ਜੀ 10 ਦਸੰਬਰ 1959। ਇੱਥੇ ਵੀ ਧਿਆਨ ਦੇ ਵਿੱਚ ਰੱਖਿਓ ਜਿਹੜੀ 10 ਦਸੰਬਰ ਡੇਟ ਹੈਗੀ ਆ 10 ਦਸੰਬਰ ਨੂੰ ਅਸੀਂ ਹਿਊਮਨ ਰਾਈਟਸ ਡੇ, ਠੀਕ ਹੈ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਤੌਰ ਤੇ ਵੀ ਸੈਲੀਬ੍ਰੇਟ ਕਰਦੇ ਹਾਂ, ਹਿਊਮਨ ਰਾਈਟਸ ਡੇ, ਠੀਕ ਹੈ। ਤਾਂ ਇਸ ਦਿਨ ਜਿਹੜਾ ਸੀਗਾ ਬੇਟਾ ਜੀ ਰਾਈਟਸ ਆਫ ਦਾ ਚਿਲਡਰਨ ਨੂੰ ਅਡਾਪਟ ਕੀਤਾ ਗਿਆ ਸੀਗਾ, ਠੀਕ ਹੈ ਜੀ। ਇਹਦੇ ਚ ਰੈਜ਼ੋਲੂਸ਼ਨ ਸੀਗਾ 1386, ਠੀਕ ਹੈ, 1386 ਰੈਜ਼ੋਲੂਸ਼ਨ ਸੀਗਾ ਜਿਹਦੇ ਰਾਹੀਂ ਅਡਾਪਟ ਕੀਤਾ ਗਿਆ ਸੀ ਤੇ ਇਹਦੇ ਚ ਸਟੇਟ ਕੀਤਾ ਗਿਆ ਸੀਗਾ that the child by reason of his physical and mental immaturity needs special safeguard and care including appropriate legal protection before as well as after birth, ਠੀਕ ਹੈ ਜੀ। ਤਾਂ ਬੱਚੇ ਨੂੰ ਬਰਥ ਤੋਂ ਪਹਿਲਾਂ ਤੇ ਬਰਥ ਤੋਂ ਬਾਅਦ ਦੋਨੇ ਤਰ੍ਹਾਂ ਦੀ ਜਿਹੜੀ ਕਿਸੇ ਵੀ ਤਰ੍ਹਾਂ ਦਾ ਸੇਫਗਾਰਡ ਆ, ਪ੍ਰੋਟੈਕਸ਼ਨ ਆ, ਉਹਦੀ ਮੈਂਟਲ ਨੂੰ ਲੈ ਕੇ, ਉਹਦੀ ਹੈਲਥ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦੀ ਹਨਾ ਜਿਹੜੀ ਹੈਗੀ ਆ ਬੱਚੇ ਦੀ ਆਲ ਰਾਊਂਡ ਵੈਲਥ ਨੂੰ ਲੈ ਕੇ ਜਿਹੜੇ ਰਾਈਟਸ ਸੀਗੇ ਉਹਨਾਂ ਦੇ ਉੱਪਰ ਕੰਸੈਂਟਰੇਸ਼ਨ ਕੀਤੀ ਗਈ ਸੀ ਯੂਐਨ ਅਸੈਂਬਲੀ ਦੀ ਇਸ ਚਾਈਲਡ ਰਾਈਟ ਅਡਾਪਸ਼ਨ ਦੇ ਨਾਲ, ਠੀਕ ਹੈ ਜੀ। ਤੇ ਜਿਹੜੇ ਚਾਈਲਡ ਰਾਈਟਸ ਹੈਗੇ ਆ ਉਹਨਾਂ ਨੂੰ ਅਡਾਪਟ ਕੀਤਾ ਗਿਆ ਸੀ 10 ਦਸੰਬਰ 1959 ਨੂੰ। ਬਟ ਜੇ ਤੁਹਾਡੇ ਤੋਂ ਪੁੱਛੇ ਨਾ ਚਾਈਲਡ ਰਾਈਟਸ ਡੇ ਕਦੋਂ ਮਨਾਇਆ ਜਾਂਦਾ, ਚਾਈਲਡ ਰਾਈਟਸ ਡੇ, ਤਾਂ ਉੱਥੇ ਤੁਹਾਡਾ ਆਨਸਰ ਆ ਜਾਊਗਾ 20 ਨਵੰਬਰ, ਠੀਕ ਹੈ। ਜੇ ਪੁੱਛਣ ਹਿਊਮਨ ਰਾਈਟਸ ਡੇ ਤਾਂ 10 ਦਸੰਬਰ। ਕਲੀਅਰ ਜੀ। ਨੈਕਸਟ ਕੁਐਸਚਨ ਹੈ ਬੇਟਾ ਜੀ ਸਾਡੇ ਕੋਲ when the UN convention of the child when held UN convention on the rights of the child, ਮੈਂ ਪਹਿਲਾਂ ਹੀ ਕਿਹਾ ਹੈ ਨਾ ਕਿ ਸਾਡੇ ਕੋਲ 1926 ਦੇ ਵਿੱਚ ਆਉਂਦੀ ਹੈਗੀ ਹੈ ਜਨੇਵਾ ਡੈਕਲੇਰੇਸ਼ਨ ਜਿਸ ਪਹਿਲੀ ਵਾਰ ਗੱਲ ਕੀਤੀ ਗਈ ਕਿ ਚਾਈਲਡ ਰਾਈਟਸ ਹੋਣੇ ਚਾਹੀਦੇ ਨੇ। 1959 ਦੇ ਵਿੱਚ ਜਿਹੜਾ ਸੀਗਾ ਰਾਈਟਸ ਆਫ ਚਾਈਲਡ ਨੂੰ ਅਡਾਪਟ ਕਰ ਲਿਆ ਸੀ ਜਨਰਲ ਅਸੈਂਬਲੀ ਨੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਠੀਕ ਹੈ ਜੀ ਬੇਟਾ ਜੀ 20 ਨਵੰਬਰ, ਠੀਕ ਹੈ, 20 ਨਵੰਬਰ 1989 ਨੂੰ ਨਿਊਯਾਰਕ ਦੇ ਵਿੱਚ ਵੈਰੀ ਇੰਪੋਰਟੈਂਟ ਇਹ ਸਾਰੀ ਚੀਜ਼ ਨਿਊਯਾਰਕ ਦੇ ਵਿੱਚ, ਠੀਕ ਹੈ ਜੀ, UNCRC ਹੁੰਦੀ ਹੈ। UNCRC ਕੀ ਆ? UN ਯੂਨਾਈਟਿਡ ਨੇਸ਼ਨ, CRC ਹੈਗਾ ਕਨਵੈਨਸ਼ਨ ਔਨ ਦਾ ਚਾਈਲਡ ਰਾਈਟਸ, ਠੀਕ ਹੈ, ਮਤਲਬ ਕੀ ਹੈ ਕਨਵੈਨਸ਼ਨ ਔਨ ਰਾਈਟਸ ਆਫ ਚਿਲਡਰਨ, ਠੀਕ ਹੈ, ਰਾਈਟਸ ਆਫ ਦਾ ਚਾਈਲਡ ਮੈਂ ਇੱਥੇ ਦਿੱਤਾ ਹੋਇਆ। ਕਲੀਅਰ। ਤਾਂ ਇਹ ਕੀ ਹੈ ਕਿ UNCRC ਤਾਂ ਕਦੋਂ ਮਤਲਬ ਹੈਲਡ ਕੀਤੀ ਗਈ ਬੇਟਾ ਇਹ 1989 ਦੇ ਵਿੱਚ ਐਗਜ਼ੈਕਟ 20 ਨਵੰਬਰ। ਤਾਂ ਹੀ ਅਸੀਂ 20 ਨਵੰਬਰ ਨੂੰ ਚਿਲਡਰਨ ਜਿਹੜੇ ਹੈਗੇ ਰਾਈਟਸ ਉਹਨਾਂ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਆ। ਤਾਂ 20 ਨਵੰਬਰ ਨੂੰ ਇਹਨੂੰ ਅਡਾਪਟ ਕੀਤਾ ਗਿਆ ਸੀ, ਠੀਕ ਹੈ ਜੀ। ਤਾਂ ਕਾਫੀ ਇੰਪੋਰਟੈਂਟ ਹੈ ਜੀ। ਬਟ ਇਹ ਇਫੈਕਟ ਦੇ ਵਿੱਚ ਕਦੋਂ ਆਈ ਹੈ ਜੇ ਪੁੱਛਣ ਕਿ ਇਹਨੂੰ ਲਾਗੂ ਪ੍ਰੋਪਰ ਕਦੋਂ ਕੀਤਾ ਗਿਆ, ਤੇ ਇਹਨੂੰ ਲਾਗੂ ਕੀਤਾ ਗਿਆ ਸੀ ਜੀ 2 ਸਤੰਬਰ 1990। ਕਲੀਅਰ ਜੀ। ਜੇ ਅਸੀਂ 1985 ਦੀ ਗੱਲ ਕਰਦੇ ਆ ਤਾਂ ਇੱਥੇ ਇੱਕ ਲੈਜਿਸਲੇਸ਼ਨ ਚਾਈਲਡ ਵੈਲਫੇਅਰ ਨੂੰ ਲੈ ਕੇ ਬਣੀ ਸੀ UN ਸਟੈਂਡਰਡ minimum rules for the administration of juvenile justice, ठीक है, इंटरनेशनल लेवल के ऊपर जस्टिस देने के लिए जुवेनाइल्स ਨੂੰ। ਤੇ 1989 ਦੇ ਵਿੱਚ ਤੁਹਾਨੂੰ ਪਤਾ ਹੀ ਹੈ UNCRC ਹੋਗੀ, UNCRC। 1990 ਦੀ ਗੱਲ ਕਰਦੇ ਆ ਤਾਂ ਬੇਟਾ ਜੀ 1990 ਦੇ ਵਿੱਚ ਇੱਕ ਤਾਂ UN ਰੂਲਸ ਅਗੇਨ, ਠੀਕ ਹੈ, UN ਰੂਲਸ
बने सीगे, कादे लिए बने सीगे जी, प्रोटेक्शन ऑफ जुवेनाइल डेप्रिवेट ऑफ देयर लिबर्टी। ठीक है जी। ਉਸ ਤੋਂ ਬਿਨਾ ਬੇਟਾ ਇੱਕ ਹੋਰ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖੋ ਕਿ 1990 ਦੇ ਵਿੱਚ ਯੂਐਨ ਨੇ ਗਾਈਡਲਾਈਨਸ ਵੀ ਦਿੱਤੀਆਂ ਸੀਗੀਆਂ, ਠੀਕ ਹੈ, ਗਾਈਡਲਾਈਨਸ ਵੀ ਕੁਝ ਪੇਸ਼ ਕੀਤੀਆਂ ਸੀ, ਜਿਵੇਂ ਅਸੀਂ ਯੂਐਨ ਗਾਈਡਲਾਈਨਸ ਫॉर द प्रोटेक्शन ऑफ जुवेनाइल डेलिक्वेंसी, ठीक है, जुवेनाइल डेलिक्वेंसी ਦੇ ਲਈ, ठीक है जी, डेलिक्वेंसी ਦੇ ਲਈ ਕੁਝ ਗਾਈਡਲਾਈਨਸ ਵੀ ਦਿੱਤੀਆਂ ਸੀ। ਜੇ ਅਸੀਂ 1993 ਦੀ ਗੱਲ ਕਰਦੇ ਆ ਤਾਂ ਇੱਥੇ ਜਿਹੜੀ ਸੀ ਹੇਗ ਕਨਵੈਨਸ਼ਨ ਹੋਈ ਸੀ, ਹੇਗ ਦੇ ਵਿੱਚ ਕਨਵੈਨਸ਼ਨ ਹੋਈ, ਤਾਂ ਹੇਗ ਕਨਵੈਨਸ਼ਨ ਹੁੰਦੀ ਹੈ ਜੀ ਪ੍ਰੋਟੈਕਸ਼ਨ ਆਫ ਚਿਲਡਰਨ ਨੂੰ ਲੈ ਕੇ ਤੇ ਇੰਟਰ ਕੰਟਰੀ ਜਿਹੜੀ ਅਡਾਪਸ਼ਨ ਨੂੰ ਲੈ ਕੇ, ਰਾਈਟਸ ਨੂੰ ਲੈ ਕੇ, ਚਾਈਲਡ ਰਾਈਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਪਰ ਪ੍ਰਮੋਟ ਕਰਨ ਦੇ ਲਈ ਜਿਹੜੀ ਸੀਗੀ ਹੇਗ ਕਨਵੈਨਸ਼ਨ 1993 ਦੇ ਵਿੱਚ ਹੋਈ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਬੇਟਾ ਜੀ ਸਾਡੇ ਕੋਲ, ਇਨ ਬਾਇਗਨ ਏਰਾ ਚਾਈਲਡ ਵਾਸ ਟ੍ਰੀਟਡ ਐਸ। ਪਹਿਲੀ ਗੱਲ ਤਾਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਵਟ ਇਜ਼ ਦਾ ਬਾਇਗਨ ਏਰਾ। ਤਾਂ ਬਾਇਗਨ ਏਰਾ ਕੀ ਹੋਊਗਾ ਬੇਟਾ ਜੀ, ਜਿਹੜੀ ਚੀਜ਼ ਬਹੁਤ ਟਾਈਮ ਪਹਿਲਾਂ ਹੈਪਨ ਹੋਈ ਹੋਵੇ ਜਾਂ ਐਗਜ਼ਿਸਟੈਂਸ ਦੇ ਵਿੱਚ ਆਈ ਹੋਵੇ, ਹਨਾ, ਤਾਂ ਆਪਾਂ ਕਹਿ ਸਕਦੇ ਹਾਂ ਹੈਪਨਡ ਵੈਰੀ ਟਾਈਮ ਅਗੋ, ਮਤਲਬ ਬਹੁਤ ਟਾਈਮ ਪਹਿਲਾਂ, ठीक है। ਤਾਂ ਬਹੁਤ ਨਾਲ ਇਹਦਾ ਮਤਲਬ ਇਹ ਹੋ ਗਿਆ ਕਿ ਐਂਸ਼ੀਅੰਟ ਪੀਰੀਅਡ, ਜੇ ਮੈਂ ਸਿੰਪਲ ਕਹਾਂ ਤਾਂ ਐਂਸ਼ੀਅੰਟ ਪੀਰੀਅਡ ਦੇ ਵਿੱਚ ਜਿਹੜਾ ਸੀਗਾ ਚਾਈਲਡ ਨੂੰ ਕਿਵੇਂ ਟ੍ਰੀਟ ਕੀਤਾ ਗਿਆ ਸੀ। ਪਹਿਲੀ ਗੱਲ ਤਾਂ ਬੇਟਾ ਜਿਹੜਾ ਐਂਸ਼ੀਅੰਟ ਪੀਰੀਅਡ ਸੀਗਾ ਨਾ ਉਹਦੇ ਚ ਚਿਲਡਰਨ ਨੂੰ ਕੀ ਕੰਸੀਡਰ ਕੀਤਾ ਗਿਆ, ਪਹਿਲਾਂ ਇਹਨਾਂ ਨੇ ਆਖਿਆ ਕਿ ਫਿਊਚਰ ਸਿਟੀਜ਼ਨ, ਠੀਕ ਹੈ, ਫਿਊਚਰ ਸਿਟੀਜ਼ਨ ਆ ਐਂਡ ਬੀਇੰਗ ਟ੍ਰੀਟਡ, ਇਹਨਾਂ ਨੇ ਆਖਿਆ ਕਿ ਬੱਚੇ ਨੂੰ ਜਿਹੜਾ ਟ੍ਰੀਟ ਕਰਨਾ ਚਾਹੀਦਾ ਉਹ ਕਿਵੇਂ ਟ੍ਰੀਟ ਕਰਨਾ ਚਾਹੀਦਾ, ਐਜ਼ ਅ ਯੰਗ ਅਡਲਟ, ਠੀਕ ਹੈ। ਤਾਂ ਬਾਇਗਨ ਈਰਾ ਦੇ ਵਿੱਚ ਯਾਨੀ ਕਿ ਐਂਸ਼ੀਅੰਟ ਪੀਰੀਅਡ ਦੇ ਵਿੱਚ ਜਿਹੜਾ ਬੱਚਾ ਸੀਗਾ ਉਹਨੂੰ ਫਿਊਚਰ ਚਿਲਡਰਨ ਮੰਨਦੇ ਹੋਏ ਯੰਗ ਅਡਲਟ ਦੇ ਤੌਰ ਤੇ ਟ੍ਰੀਟ ਕੀਤਾ ਜਾਂਦਾ ਸੀ, ਠੀਕ ਹੈ ਜੀ। ਬਸ ਇਹ ਧਿਆਨ ਦੇ ਵਿੱਚ ਰੱਖਿਓ ਤਾਂ ਬੱਚੇ ਨੂੰ ਕਿਹੜੇ ਤੌਰ ਤੇ ਕੰਸੀਡਰ ਕੀਤਾ ਜਾਂਦਾ, ਟ੍ਰੀਟ ਕੀਤਾ ਗਿਆ, ਤਾਂ ਦੈਟ ਇਜ਼ ਅ ਯੰਗ ਅਡਲਟ ਬਾਇਗਨ ਈਰਾ ਦੇ ਵਿੱਚ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਬੇਟਾ ਜੀ ਸਾਡੇ ਕੋਲ, ਬਰਥ ਆਫ ਦਾ ਗਰਲ ਗ੍ਰਾਂਟ ਇਟ ਐਲਸਵੇਅਰ ਹੇਅਰ ਗ੍ਰਾਂਟ ਅ ਬॉय। ਵੈਸੇ ਇਹ ਚਾਈਲਡ ਤੁਹਾਡਾ ਇਹ ਇੱਕ ਟੌਪਿਕ ਹੈਗਾ ਪ੍ਰੋਬਲਮਸ ਰਿਲੇਟਡ ਟੂ ਜਾਂ ਇਸ਼ੂ ਰਿਲੇਟਡ ਟੂ ਦਾ ਗਰਲ ਚਾਈਲਡ, तो ਉਹਦੇ ਚ ਵੀ ਇਹ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਹੋ ਸਕਦਾ ਬੇਟਾ। ਜੇ ਅਸੀਂ ਏਂਸ਼ੀਅੰਟ ਪੀਰੀਅਡ ਦੇ ਵਿੱਚ ਜਾਂਦੇ ਆ, ਏਂਸ਼ੀਅੰਟ ਪੀਰੀਅਡ ਦੇ ਵਿੱਚ ਵੀ ਜੇ ਅਸੀਂ ਵੈਦਿਕ ਪੀਰੀਅਡ ਦੇ ਵਿੱਚ ਜਾਂਦੇ ਆ, ਹਨਾ, ਤਾਂ ਇੱਕ ਵੈਦ ਸੀਗਾ, 4 ਵੇਦ ਨੇ ਸਾਡੇ ਕੋਲ, ਉਹਨਾਂ ਦੇ ਵਿੱਚੋਂ ਇੱਕ ਵੇਦ ਹੈਗਾ ਅਥਰਵ ਵੇਦ, ਠੀਕ ਹੈ ਜੀ। ਅਥਰਵ ਵੇਦ ਦੇ ਵਿੱਚ ਬੇਟਾ ਗਰਲ ਚਾਈਲਡ ਜਿਹੜੀ ਹੈਗੀ ਉਹਦੀ ਬਰਥ ਨੂੰ ਮਾੜਾ ਦੱਸਿਆ ਗਿਆ, ਇਸੇ ਕਰਕੇ ਟਰਮ ਯੂਜ਼ ਹੋਈ ਹੈ ਇੱਥੇ ਬਰਥ ਆਫ ਗਰਲ ਗ੍ਰਾਂਟ ਇਟ ਐਲਸਵੇਅਰ, ਯਾਨੀ ਕਿ ਜਿਹੜੀ ਲੜਕੀ ਹੈ ਉਹਦਾ ਜਨਮ ਕਿਤੇ ਹੋਰ ਦਿਓ, ਹੇਅਰ ਗ੍ਰਾਂਟ ਆ ਬॉय, ਇੱਥੇ ਮੁੰਡੇ ਦਾ ਜਨਮ ਹੋਵੇ, ਠੀਕ ਹੈ। ਤਾਂ ਇਹ ਸੋਚ ਸੀਗੀ ਕਿ ਕੁੜੀਆਂ ਨਾ ਜਨਮ ਲੈਣ, ਮੁੰਡੇ ਜਨਮ ਲੈਣ। ਤਾਂ ਇਹਦਾ ਮਤਲਬ ਕੀ ਆ ਕਿ ਪੁਰਾਣੇ ਟਾਈਮ ਤੋਂ ਹੀ ਜਿਹੜੇ ਇਸ਼ੂ ਸੀਗੇ ਚਾਈਲਡ ਦੇ ਨਾਲ ਰਿਲੇਟਡ ਉਹ ਪੈਦਾ ਹੋ ਗਏ ਸੀ। ਜਦੋਂ ਚਾਈਲਡ ਦੇ ਨਾਲ ਰਿਲੇਟਡ ਇਸ਼ੂ ਜਾਂ ਪ੍ਰੋਬਲਮਸ ਪੈਦਾ ਹੋਣਗੀਆਂ, ਬਾਇਸ ਪੈਦਾ ਹੋਣਗੇ, ਤਾਂ ਫਿਰ ਨੈਚੁਰਲ ਆ ਕੇ ਜਿਹੜੇ ਸਾਡੇ ਕੋਲ ਜਿਹੜਾ ਹੈਗਾ ਚਾਈਲਡ ਵੈਲਫੇਅਰ ਦਾ ਕਨਸੈਪਟ ਵੀ ਹੌਲੀ ਹੌਲੀ ਉੱਪਰ ਕੇ ਸਾਹਮਣੇ ਆਊਗਾ। ਤੇ ਇਟ ਮੀਨਸ ਜਿਹੜੀ ਇਹਦੀ ਗਰਾਊਂਡ ਰਿਐਲਿਟੀ ਉਹ ਇਹ ਆ ਕਿ ਚਾਈਲਡ ਵੈਲਫੇਅਰ ਇਜ਼ ਅ ਵੈਰੀ ਏਂਸ਼ੀਅੰਟ ਕਨਸੈਪਟ, ਠੀਕ ਹੈ। ਇੱਥੋਂ ਤੱਕ ਜਿਹੜੀ ਅਰਥ ਸ਼ਾਸਤਰਾ ਸੀ ਕੌਟਲਿਆ ਦੀ, ਕੌਟਲਿਆ ਯਾਨੀ ਕਿ ਮੌਰਿਆ ਪੀਰੀਅਡ ਦੇ ਨਾਲ ਰਿਲੇਟਡ ਨੇ ਕੌਟਲਿਆ, ਠੀਕ ਹੈ। ਤਾਂ ਕੌਟਲਿਆ ਦੀ ਜਿਹੜੀ ਬੁੱਕ ਸੀਗੀ ਅਰਥ ਸ਼ਾਸਤਰਾ, ਉਹਦੇ ਵਿੱਚ ਵੀ ਚਾਈਲਡ ਕੇਅਰ ਨੂੰ, ਠੀਕ ਹੈ, ਉੱਪਰ ਕੰਸੈਂਟਰੇਟ ਕੀਤਾ ਗਿਆ ਸੀ, ਔਰਫਨੇਜ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਤਾਂ ਇਟ ਮੀਨਸ ਕੀ ਆ ਕਿ ਸਾਰੇ ਜਿਹੜੇ ਚਾਈਲਡ ਵੈਲਫੇਅਰ ਦੇ ਕਨਸੈਪਟ ਨੇ ਕਾਫੀ 올ਡ ਕਨਸੈਪਟ ਨੇ, ਬਟ ਜਿਹੜੇ ਇੱਥੇ ਧਿਆਨ ਦੇ ਵਿੱਚ ਰੱਖਿਓ ਕਿ ਕੋਟੇਸ਼ਨ ਬਰਥ ਆਫ ਦਾ ਗਰਲ ਗ੍ਰਾਂਟ ਇਟ ਐਲਸਵੇਅਰ ਹੇਅਰ ਗ੍ਰਾਂਟ ਅ ਬॉय ਤੇ ਕਿੱਥੋਂ ਵਰਡ ਲਏ ਗਏ ਨੇ ਜੀ, ਲਏ ਗਏ ਨੇ ਅਥਰ ਵੇਦਾ ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ ਬੇਟਾ ਸਾਡੇ ਕੋਲ, ਇਨ ਐਂਸ਼ੀਅੰਟ ਪੀਰੀਅਡ ਚਾਈਲਡ ਵੈਲਫੇਅਰ ਇਜ਼ ਇੰਟਾਇਰਲੀ ਰਿਸਪੌਂਸਿਬਿਲਟੀ ਆਫ। ਤਾਂ ਜਿਹੜਾ ਐਂਸ਼ੀਅੰਟ ਪੀਰੀਅਡ ਸੀ, ਠੀਕ ਹੈ, ਉਹਦੇ ਵਿੱਚ ਜਿਹੜੀ ਰਿਸਪੌਂਸਿਬਿਲਟੀ ਸੀ ਚਾਈਲਡ ਵੈਲਫੇਅਰ ਦੀ ਉਹ ਕੀ ਸੀ ਬੇਟਾ, ਸਭ ਤੋਂ ਪਹਿਲਾਂ ਐਂਸ਼ੀਅੰਟ ਪੀਰੀਅਡ ਦੇ ਵਿੱਚ ਰਿਸਪੌਂਸਿਬਿਲਟੀ ਸੀ ਮਦਰ ਦੀ, ਠੀਕ ਹੈ ਜੀ, ਮਦਰ ਦੀ। ਜੇ ਮਦਰ ਆ ਤਾਂ ਇਟ ਮੀਨਸ ਫੈਮਿਲੀ, ਤਾਂ ਸਾਡੇ ਕੋਲ ਆਂਸਰ ਆ ਗਿਆ ਮਦਰ ਐਂਡ ਫੈਮਿਲੀ। ਜੇ ਇੱਥੇ ਕੱਲਾ ਮਦਰ ਹੁੰਦਾ ਤਾਂ ਤੁਹਾਡਾ ਆਂਸਰ ਹੋਣਾ ਸੀ ਮਦਰ, ਠੀਕ ਹੈ। ਤਾਂ ਐਂਸ਼ੀਅੰਟ ਪੀਰੀਅਡ ਦੇ ਵਿੱਚ ਇਟਸ ਅ ਟੋਟਲੀ ਰਿਸਪੌਂਸਿਬਿਲਟੀ ਆਫ ਮਦਰ ਟੂ ਕੇਅਰ ਦਾ ਚਾਈਲਡ, ਠੀਕ ਹੈ। ਤੇ ਇੱਕ ਬੱਚੇ ਦੀ ਕੇਅਰ ਕਰਨਾ, ਬੱਚੇ ਨੂੰ ਕੇਅਰ ਪ੍ਰੋਵਾਈਡ ਕਰਨਾ, ਦੈਟ ਇਜ਼ ਦਾ ਓਨਲੀ ਰਿਸਪੌਂਸਿਬਿਲਟੀ ਆਫ ਮਦਰ। ਕਿਹੜੇ ਪੀਰੀਅਡ ਦੇ ਵਿੱਚ, ਐਂਸ਼ੀਅੰਟ ਪੀਰੀਅਡ ਦੇ ਵਿੱਚ। ਜਿਵੇਂ ਅਰਥ ਸ਼ਾਸਤਰਾ ਹੋ ਗਏ ਕੌਟਲਿਆ ਦੇ, ਹਨਾ, ਵੈਦ ਹੋ ਗਏ, ਵੇਦ ਹੋ ਗਏ, ਇਹਨਾਂ ਸਾਰੀਆਂ ਬੁੱਕਸ ਦੇ ਵਿੱਚ ਕੰਸੀਡਰ ਕੀਤਾ ਗਿਆ ਕਿ ਜਿਹੜੀ ਰਿਸਪੌਂਸਿਬਿਲਟੀ ਹੋਊਗੀ
ਬੱਚੇ ਦੀ ਕੇਅਰ ਕਰਨ ਦੀ ਉਹ ਮਦਰ ਦੀ ਹੋਗੀ, ਕਿਉਂਕਿ ਉਸ ਟਾਈਮ ਤੇ ਕੋਈ ਵੀ ਜਿਹੜੇ ਇੰਸਟੀਟਿਊਸ਼ਨ ਸੀਗੇ ਉਹ ਪ੍ਰੋਪਰ ਜਾਂ ਆਰਗੇਨਾਈਜੇਸ਼ਨ ਸੀਗੀਆਂ ਜਿਹੜੀਆਂ ਉਹ ਐਗਜ਼ਿਸਟ ਨਹੀਂ ਸੀ ਕਰਦੀਆਂ। ਜਿਵੇਂ ਮਾਡਰਨ ਪੀਰੀਅਡ ਦੇ ਵਿੱਚ, ਜਿਵੇਂ ਮੈਂ ਉੱਪਰ ਵੀ ਜ਼ਿਕਰ ਕੀਤਾ, ਸਮਾਈਲ ਆ ਗਈ, ਸੇਵਾ ਚਿਲਡਰਨ ਆ ਗਿਆ, ਹਨਾ। ਇਸ ਤਰੀਕੇ ਨਾਲ ਬਹੁਤ ਸਾਰੀਆਂ ਜਿਹੜੀਆਂ ਐਸੋਸੀਏਸ਼ਨ ਹੁਣ ਐਨਜੀਓਜ਼ ਓਪਨ ਹੋ ਗਏ ਜਿਹੜੇ ਕਿ ਚਾਈਲਡ ਵੈਲਫੇਅਰ ਲਈ ਕੰਮ ਕਰਦੇ ਆ, ਬਟ ਏਸ਼ੀਅਨ ਪੀਰੀਅਡ ਦੇ ਵਿੱਚ ਇਟਸ ਦਾ ਰਿਸਪੌਂਸਿਬਿਲਿਟੀ ਆਫ ਓਨਲੀ ਮਦਰ ਐਂਡ ਫੈਮਿਲੀ। ਨੈਕਸਟ ਕੁਐਸਚਨ ਆ ਬੇਟਾ ਜੀ ਸਾਡੇ ਕੋਲ, which article provide children free education, which article provide free education to the children of age 6 to 14 year। पहला देखिए क्या रखो, free and compulsory education, ठीक है, free and compulsory। free and compulsory education ਜਿਹੜੀ ਹੈਗੀ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਊਗੀ। ਇਹ ਕਿਹੜੇ ਆਰਟੀਕਲ ਦੇ ਰਾਹੀਂ ਪ੍ਰੋਵਾਈਡ ਕੀਤਾ ਗਿਆ? ਦੈਟ ਇਜ਼ ਆਰਟੀਕਲ 21A, ਠੀਕ ਹੈ। 21 ਆਰਟੀਕਲ ਜਿਹੜਾ ਹੈਗਾ ਉਹਨੂੰ ਰਾਈਟ ਟੂ ਐਜੂਕੇਸ਼ਨ ਦੇ ਅੰਡਰ ਅਸੀਂ ਕੰਸੀਡਰ ਕਰਦੇ ਹਾਂ, ਜਿਹਦੇ ਚ ਰਾਈਟ ਟੂ ਐਜੂਕੇਸ਼ਨ ਹੈ ਨਾ, ਜਿਹਦੇ ਆਧਾਰ ਦੇ ਉੱਪਰ ਅੱਗੇ ਜਾ ਕੇ ਰਾਈਟ ਟੂ ਐਜੂਕੇਸ਼ਨ 2009 ਦੇ ਵਿੱਚ ਆਉਂਦਾ। ਬਟ ਜਿਹੜਾ ਸਾਡੇ ਕੋਲ 21A ਆਰਟੀਕਲ ਹੈਗਾ, ਇਹ ਸਾਡੇ ਕਨਸਟੀਟਿਊਸ਼ਨ ਦੇ ਵਿੱਚ 86th ਅਮੈਂਡਮੈਂਟ ਦੇ ਰਾਹੀਂ, ਠੀਕ ਹੈ, 86th ਅਮੈਂਡਮੈਂਟ ਦੇ ਰਾਹੀਂ 2002 ਦੇ ਵਿੱਚ ਐਡ ਕੀਤਾ ਗਿਆ ਸੀ, ਜਿਹਦੇ ਚ ਆਖਿਆ ਗਿਆ ਸੀਗਾ ਕਿ ਹਰ ਇੱਕ ਬੱਚੇ ਦਾ ਰਾਈਟ ਹੈਗਾ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। 6 ਤੋਂ 14 ਸਾਲ ਤੱਕ ਦੇ ਬੱਚੇ ਨੂੰ ਜਿਹੜੀ ਹੈਗੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਿੱਤੀ ਜਾਊਗੀ, ਠੀਕ ਹੈ। ਇਹ ਕਿਹਦੇ ਚ ਆਖਿਆ ਗਿਆ ਸੀਗਾ? 21A, ਜਿਹੜਾ ਕਿ ਸਾਡਾ ਕੀ ਹੈਗਾ ਜੀ? ਫੰਡਾਮੈਂਟਲ ਰਾਈਟ, ਠੀਕ ਹੈ, ਫੰਡਾਮੈਂਟਲ ਰਾਈਟ ਹੈ 21A। ਬਾਕੀ ਮੈਂ ਗੱਲ ਕਰਾਂ, ਬਾਕੀ ਸਾਰੇ ਆਰਟੀਕਲ ਵੀ ਚਾਈਲਡ ਵੈਲਫੇਅਰ ਦੇ ਨਾਲ ਡੀਲ ਕਰਦੇ ਆ, ਕਿਉਂਕਿ 14 ਦੇ ਵਿੱਚ ਆਖਿਆ ਗਿਆ ਹੈਗਾ ਇਕੁਐਲਿਟੀ ਬਿਫੋਰ ਲਾਅ, ਠੀਕ ਹੈ, ਇਕੁਐਲਿਟੀ ਬਿਫੋਰ ਲਾਅ। ਤਾਂ ਇਹਦਾ ਮਤਲਬ ਕਿ ਇੱਕ ਬੱਚਾ ਹੋਵੇ, ਕੋਈ ਵੀ ਹੋਵੇ, ਸਾਰੇ ਬੱਚੇ ਦੇ ਨਾਲ ਰਿਲੇਟਡ ਕੋਈ ਗੁਨਾਹ ਵੀ ਹੋਵੇ ਤਾਂ ਉੱਥੇ ਵੀ ਜਿਹੜਾ ਹੈਗਾ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ। 21 ਦੇ ਵਿੱਚ ਹੈਗਾ ਰਾਈਟ ਟੂ ਲਾਈਫ, ਠੀਕ ਹੈ, ਰਾਈਟ ਟੂ ਲਾਈਫ, ਰਾਈਟ ਟੂ ਲਾਈਫ ਹਰ ਇੱਕ ਹਿਊਮਨ ਬੀਇੰਗ के लिए, एंड चाइल्ड इज आल्सो अ ह्यूमन, ठीक है जी। 51A बेटा साडी फंडामेंटल ड्यूटी है, फंडामेंटल ड्यूटीज ਦੇ ਅੰਦਰ ਐਡ ਕੀਤਾ ਗਿਆ ਸੀ। ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਆ, ਇਹ ਡਿਊਟੀ ਕਿਹਦੀ ਸੀ ਜੀ? ਗਾਰਡੀਅਨ ਸੀ, ਠੀਕ ਹੈ, ਗਾਰਡੀਅਨ ਜਿਹੜੇ ਬੱਚੇ ਨੂੰ ਪਾਲਦੇ ਆ, ਜਾਂ ਆਪਾਂ ਕਹਿ ਸਕਦੇ ਆ ਪੇਰੈਂਟਸ, ਠੀਕ ਹੈ, ਪੇਰੈਂਟਸ ਜਿਹੜੇ ਬੱਚੇ ਦਾ ਕੇਅਰ ਕਰਦੇ ਆ। ਤਾਂ ਇੱਥੇ ਪੇਰੈਂਟਸ ਦੇ ਲਈ ਰਿਸਪੌਂਸਿਬਿਲਟੀ ਸੀਗੀ, ਜਿਵੇਂ ਸਾਡੇ ਕੋਲ 86th ਅਮੈਂਡਮੈਂਟ ਦੇ ਰਾਹੀਂ 2002 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਆਇਆ, ਯਾਨੀ ਕਿ 21A ਆਇਆ ਸੀ। ਤਾਂ ਉੱਥੇ ਹੀ ਜਿਹੜਾ 86th ਅਮੈਂਡਮੈਂਟ ਦੇ ਰਾਹੀਂ ਸਾਡੇ ਕੋਲ ਜਿਹੜਾ ਸੀਗਾ ਫੰਡਾਮੈਂਟਲ ਡਿਊਟੀ ਵੀ ਐਡ ਕੀਤੀ ਗਈ ਸੀ ਕਨਸਟੀਟਿਊਸ਼ਨ ਦੇ ਵਿੱਚ, ਜਿਹਦੇ ਚ ਰਿਸਪੌਂਸਿਬਿਲਟੀ, ਠੀਕ ਹੈ, ਇਹ ਆਖਿਆ ਗਿਆ ਸੀਗਾ ਕਿ ਗਾਰਡੀਅਨ ਐਂਡ ਪੇਰੈਂਟਸ ਦੀ ਰਿਸਪੌਂਸਿਬਿਲਟੀ ਆ ਕਿ ਉਹ ਬੱਚੇ ਨੂੰ ਜਿਹੜੀ ਹੈਗੀ ਆ ਅਪਰਚੂਨਿਟੀਜ਼ ਦੇਣ, ਸਾਰੀਆਂ ਅਪਰਚੂਨਿਟੀਜ਼ ਦੇਣ ਦੀ, ਅਪਰਚੂਨਿਟੀਜ਼ ਦੇਣ ਬੱਚੇ ਜਿਹੜੇ ਹੈਗੇ ਆ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਪ੍ਰਾਪਤ ਕਰਨ ਦੀ। ਫ੍ਰੀ ਐਜੂਕੇਸ਼ਨ ਜੋ ਗਵਰਨਮੈਂਟ ਨੇ ਫ੍ਰੀ ਐਜੂਕੇਸ਼ਨ ਦਾ ਕਨਸੈਪਟ ਲੈ ਕੇ ਆਂਦਾ, ਉਹ ਦਿਵਾਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ। 51A ਆਰਟੀਕਲ, ਠੀਕ है जी। नेक्स्ट क्वेश्चन है बेटा जी अपने कोल, विच पार्ट ऑफ कॉन्स्टिट्यूशन कंसिस्टेड आर्टिकल विद चाइल्ड वेलफेयर। कहंदे केड़े-केड़े पार्ट ने कॉन्स्टिट्यूशन दे ਜਿਹੜੇ ਡੀਲ ਕਰਦੇ ਹੈਗੇ ਆ, ਜਿਨ੍ਹਾਂ ਦਾ ਸੰਬੰਧ ਹੈਗਾ ਚਾਈਲਡ ਵੈਲਫੇਅਰ ਦੇ ਨਾਲ। ਤਾਂ ਸਾਡੇ ਕੋਲ ਫੰਡਾਮੈਂਟਲ ਡਿਊਟੀ, ਜਿਵੇਂ ਅਸੀਂ ਗੱਲ ਕੀਤਾ 51A ਦੇ ਵਿੱਚ ਕਿ ਪੇਰੈਂਟਸ ਦੀ ਡਿਊਟੀ ਹੈਗੀ ਆ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਪ੍ਰਾਪਤ ਕਰਨ ਦੀਆਂ ਅਪਰਚੂਨਿਟੀਜ਼ ਪ੍ਰੋਵਾਈਡ ਕਰਨ, ਠੀਕ ਹੈ। ਇਹਦਾ ਮਤਲਬ ਫੰਡਾਮੈਂਟਲ ਡਿਊਟੀ ਵੀ ਐਡ ਵਿੱਚ ਵੀ ਐਡ ਹੈਗੇ ਨੇ ਚਾਈਲਡ ਵੈਲਫੇਅਰ ਦੇ ਨਾਲ ਰਿਲੇਟਡ ਆਰਟੀਕਲ। ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਪਹਿਲਾਂ ਮੈਂ ਇਹ ਵੀ ਦੱਸਦਾ ਜਿਹੜਾ ਭਾਗ ਹੈਗਾ ਫੰਡਾਮੈਂਟਲ ਰਾਈਟਸ, ਇਹ ਹੈਗਾ 4A ਪਾਰਟ, ਠੀਕ ਹੈ। ਜਿਹੜਾ ਓਨਲੀ 4 ਪਾਰਟ ਹੈਗਾ ਦੈਟ ਇਜ਼ ਅ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਕਾਫੀ ਆਰਟੀਕਲ ਜਿਹੜੇ ਹੈਗੇ ਆ ਚਾਈਲਡ ਵੈਲਫੇਅਰ ਦੇ ਨਾਲ ਰਿਲੇਟਡ ਆ। ਜਿਵੇਂ ਮੈਂ ਕਹਾਂ ਆਰਟੀਕਲ 45, ਆਰਟੀਕਲ ਜਿਹੜਾ 45 ਹੈਗਾ ਬੇਟਾ, ਉਹਦੇ ਵਿੱਚ ECC ਦੀ ਗੱਲ ਕੀਤੀ ਗਈ ਹੈ। ECC ਕੀ ਹੈਗੀ ਆ? अर्ली चाइल्डहुड केयर एंड एजुकेशन, मतलब कि बर्थ तो लैके ਜਾਂ ਆਪਾਂ ਕਹਿ ਸਕਦੇ ਹਾਂ 3 ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਦੀ ਐਜੂਕੇਸ਼ਨ, ਠੀਕ ਹੈ, ਤੇ ਬਰਥ ਤੋਂ ਲੈ ਕੇ 3 ਸਾਲ ਤੱਕ ਦੇ ਬੱਚੇ ਦੀ ਕੇਅਰ, ਇਹ ਸਾਰੀ ਚੀਜ਼ ਵੀ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਊਗੀ। ਇਹ ਵੀ ਸਾਡੇ ਡਾਇਰੈਕਟ ਪ੍ਰਿੰਸੀਪਲ ਦੇ ਵਿੱਚ ਐਡ ਕੀਤਾ ਗਿਆ, ਸਾਡੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ। ਬਟ ਕਿਹੜੇ ਭਾਗ ਦੇ ਵਿੱਚ? ਚੌਥੇ ਭਾਗ ਦੇ ਵਿੱਚ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਅੰਡਰ, ਠੀਕ ਹੈ ਜੀ। ਉਸ ਤੋਂ ਬਿਨਾ ਬੇਟਾ ਜੀ ਇੱਕ ਸਾਡੇ ਕੋਲ ਨਾ ਡਾਇਰੈਕਟ ਪ੍ਰਿੰਸੀਪਲ ਦੇ ਅੰਡਰ ਹੀ 46 ਆਰਟੀਕਲ ਵੀ ਆ। 46 ਆਰਟੀਕਲ ਦੇ ਵਿੱਚ ਵੀ ਆਖਿਆ ਗਿਆ ਕਿ ਜਿਹੜੇ ਬੱਚੇ ਵੀਕਰ ਸੈਕਸ਼ਨਸ ਦੇ ਨੇ, ਠੀਕ ਹੈ, ਚਿਲड्रन ऑफ ਵੀਕਰ ਸੈਕਸ਼ਨ, ਚਿਲड्रन ऑफ ਵੀਕਰ ਸੈਕਸ਼ਨ ਤੇ ਜਿਹੜੇ ਇੰਟਰਸਟ ਨੇ, ਠੀਕ ਹੈ, ਇੰਟਰਸਟ ਨੇ, ਹਿੱਤ ਨੇ, ਉਹਨਾਂ ਦੀ
ਰੱਖਿਆ ਕੀਤੀ ਜਾਵੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ। ਤਾਂ ਕਿਹੜਾ ਹੋ ਗਿਆ ਸਾਡੇ ਕੋਲ ਆਰਟੀਕਲ 46, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਬੇਟਾ ਸਾਡੇ ਕੋਲ ਇੱਥੇ ਸੌਰੀ ਹੈ ਨਾ, ਮੈਂ ਫੰਡਾਮੈਂਟਲ ਡਿਊਟੀ ਤਾਂ ਇੱਥੇ ਫੰਡਾਮੈਂਟਲ ਰਾਈਟਸ ਲਿਖ ਲਓ, ਤੁਹਾਡੀ ਸੇਮ ਆਪਸ਼ਨ ਆਈ ਹੋਈ ਆ ਹਨਾ, ਫੰਡਾਮੈਂਟਲ ਰਾਈਟਸ ਲਿਖ ਲਓ। ਤੇ ਫੰਡਾਮੈਂਟਲ ਰਾਈਟਸ ਬਹੁਤ ਸਾਰੇ ਫੰਡਾਮੈਂਟਲ ਰਾਈਟਸ ਨੇ ਜਿਹੜੇ ਡੀਲ ਕਰਦੇ ਨੇ ਕਾਹਦੇ ਨਾਲ ਜੀ, ਜਿਹੜੇ ਚਾਈਲਡ ਵੈਲਫੇਅਰ ਦੇ ਨਾਲ ਡੀਲ ਕਰਦੇ ਨੇ। ਜਿਵੇਂ ਆਰਟੀਕਲ 14 ਹੋ ਗਿਆ, ਜਿਹਦੇ ਚ ਇਹ ਕਿਹਾ ਗਿਆ ਕਿ ਇਕੁਆਲਿਟੀ ਬਿਫੋਰ ਲਾਅ, ਠੀਕ ਹੈ, ਇਕੁਆਲਿਟੀ ਬਿਫੋਰ ਲਾਅ, ਸਾਰੇ ਕਾਨੂੰਨ ਦੇ ਸਾਹਮਣੇ ਬਰਾਬਰ ਨੇ। ਆਰਟੀਕਲ ਆ ਗਿਆ ਸਾਡੇ ਕੋਲ 17, ਆਰਟੀਕਲ 17 ਦੇ ਵਿੱਚ ਕੀ ਆਖਿਆ ਗਿਆ ਜੀ, ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ, ਠੀਕ ਹੈ, ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ। ਇਟ ਮੀਨਸ ਕਿ ਬੱਚੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ, ਕਾਸਟ ਦੇ ਆਧਾਰ ਉੱਪਰ, ਰੰਗ ਦੇ ਆਧਾਰ ਉੱਪਰ, ਰੀਜਨ ਦੇ ਆਧਾਰ ਉੱਪਰ, ਠੀਕ ਹੈ। ਆਰਟੀਕਲ 19(1) ਦੇ ਵਿੱਚ ਜਿਹੜਾ ਆਰਟੀਕਲ 19 ਆ, ਰਾਈਟ ਟੂ ਫਰੀडम, ਠੀਕ ਹੈ, ਉਹਦੇ ਅੰਡਰ 6 ਜਿਹੜੀਆਂ ਸਾਡੇ ਕੋਲ ਰਾਈਟਸ ਦਿੱਤੇ ਗਏ ਨੇ, ਫਰੀडम ਰਾਈਟਸ ਨੇ। ਉਹਨਾਂ ਦੇ ਵਿੱਚੋਂ ਹੀ ਸਾਡੇ ਕੋਲ ਇੱਕ ਰਾਈਟ ਹੈਗਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਬੱਚਾ ਬੋਲ ਸਕਦਾ, ਆਪਣੀਆਂ ਫੀਲਿੰਗ ਨੂੰ ਐਕਸਪ੍ਰੈਸ ਕਰ ਸਕਦਾ, ਤੇ ਇਹ ਵੀ ਚਾਈਲਡ ਵੈਲਫੇਅਰ ਹੀ ਹੈ, ਠੀਕ ਹੈ। ਜਾਂ ਅਸੀਂ ਕਹਿ ਸਕਦੇ ਹੈਗੇ ਆ ਆਰਟੀਕਲ 21 ਰਾਈਟ ਟੂ ਲਾਈਫ, ਜਿਉਣ ਦਾ ਅਧਿਕਾਰ ਹੈ ਇੱਕ ਬੱਚੇ ਨੂੰ। ਆਰਟੀਕਲ 21A ਇਹਦੇ ਨਾਲ ਡੀਲ ਕਰਦਾ ਹੈ ਜੀ ਸਾਡੇ ਕੋਲ ਰਾਈਟ ਟੂ ਐਜੂਕੇਸ਼ਨ, ਠੀਕ ਹੈ ਜੀ। ਇਸ ਤੋਂ ਬਿਨਾ ਫੰਡਾਮੈਂਟਲ ਰਾਈਟ ਆ ਗਿਆ 23, ਜਿਹਦੇ ਚ ਪ੍ਰੋਹਿਬਿਸ਼ਨ ਲਾਈ ਗਈ ਹੈਗੀ ਹੈ ਹਿਊਮਨ ਟ੍ਰੈਫਿਕਿੰਗ ਦੀ, ਠੀਕ ਹੈ। ਹਿਊਮਨ ਦੀ ਟ੍ਰੈਫਿਕਿੰਗ ਨਹੀਂ ਕਰ ਸਕਦੇ ਬੱਚੇ, ਮਤਲਬ ਕਿਸੇ ਵੀ ਹਿਊਮਨ ਨੂੰ ਤੁਸੀਂ ਵੇਚ ਨਹੀਂ ਸਕਦੇ, ਹੈ ਨਾ, ਹਿਊਮਨ ਨੂੰ ਵੇਚਿਆ ਨਹੀਂ ਜਾ ਸਕਦਾ, ਮਤਲਬ ਚਿਲਡਰਨ ਨੂੰ ਵੀ ਵੇਚਿਆ ਨਹੀਂ ਜਾ ਸਕਦਾ। ਫੋਰਸਡ ਲੇਬਰ ਨਹੀਂ ਕਰਵਾਈ ਜਾ ਸਕਦੀ, ਫੋਰਸਡ ਲੇਬਰ ਨਹੀਂ ਕਰਵਾ ਸਕਦੇ, ਪ੍ਰੋਹਿਬਿਸ਼ਨ ਹੈ ਇਹਦੇ ਉੱਪਰ। ਤੇ 24 ਖਾਸ ਤੌਰ ਤੇ ਜਿੱਥੇ 14 ਈਅਰ ਤੋਂ ਛੋਟੇ ਬੱਚੇ ਜਿਹੜੇ ਹੈਗੇ ਨੇ ਏਜ, ਠੀਕ ਹੈ, ਬਿਲੋ 14 ਈਅਰ, ਤਾਂ 14 ਈਅਰ ਤੋਂ ਛੋਟੀ ਉਮਰ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਕਿਸੇ ਵੀ ਹਜੈਜ਼ੀਅਸ ਏਰੀਆਜ਼ ਨੇ, ਜਿਹੜੇ ਡੇਂਜਰਸ ਏਰੀਆਜ਼ ਨੇ, ਮਾਈਨਸ ਹੋ ਗਿਆ, ਇੰਡਸਟਰੀਅਲ ਏਰੀਆਜ਼ ਹੋ ਗਏ, ਉੱਥੇ ਜਿਹੜੇ ਖਤਰਨਾਕ ਕੰਮ ਹੈਗੇ ਉਹ ਬੱਚਿਆਂ ਤੋਂ ਨਹੀਂ ਕਰਵਾਏ ਜਾ ਸਕਦੇ 14 ਈਅਰ ਤੋਂ ਛੋਟੇ ਬੱਚਿਆਂ ਨੂੰ। ਇਹ ਸਾਰੇ ਕੀ ਨੇ ਸਾਡੇ ਕੋਲ ਬੇਟਾ ਜੀ, ਫੰਡਾਮੈਂਟਲ ਰਾਈਟਸ, ਠੀਕ ਹੈ ਜੀ। ਤਾਂ ਇਟ ਮੀਨਸ ਆਂਸਰ ਸਾਡੇ ਕੋਲ ਆ ਗਿਆ ਕਿ ਆਲ ਆਫ ਥੀਸ, ਇਹ ਸਾਰੇ ਹੀ ਪਾਰਟ ਜਿਹੜੇ ਹੈਗੇ ਨੇ ਫੰਡਾਮੈਂਟਲ ਰਾਈਟਸ ਦੇ ਨਾਲ ਰਿਲੇਟਡ ਸਾਡੇ ਕੋਲ ਭਾਗ ਹੈਗਾ ਬੇਟਾ ਜੀ ਪਾਰਟ 3। क्लियर। नेक्स्ट क्वेश्चन है बेटा जी अपने कोल, विच ऑफ फॉलोइंग इज द फर्स्ट चाइल्ड वेलफेयर पॉलिसी। ਤਾਂ ਕਿਹੜੀ ਪਾਲਿਸੀ ਜਿਹੜੀ ਸੀ ਚਾਈਲਡ ਵੈਲਫੇਅਰ ਨੂੰ ਲੈ ਕੇ ਫਰਸਟ ਪਾਲਿਸੀ ਕੰਸੀਡਰ ਕੀਤੀ ਜਾਂਦੀ ਹੈ, ਤਾਂ ਦੈਟ ਇਜ਼ ਦਾ ਨੈਸ਼ਨਲ ਪਾਲਿਸੀ ਫॉर ਚਿਲड्रन 1974, ਠੀਕ ਹੈ ਜੀ, ਜਿਹਦੇ ਚ ਬੱਚਿਆਂ ਨੂੰ ਜਿਹੜਾ ਹੈਗਾ ਕੇਅਰ ਪ੍ਰੋਵਾਈਡ ਕਰਨ ਦੀ ਗੱਲ ਆਖੀ ਗਈ ਸੀ। ਗਵਰਨਮੈਂਟ ਆਫ ਇੰਡੀਆ ਨੇ ਇਹਨੂੰ ਮਤਲਬ ਹਨਾ ਫਾਰਮ ਕੀਤਾ ਸੀਗਾ, ਜਿਹਦੇ ਚ ਐਡਿਕੁਏਟ ਸਰਵਿਸਿਜ਼ ਜਿਹੜੀਆਂ ਹੈਗੀਆਂ ਬੱਚੇ ਨੂੰ ਪ੍ਰੋਵਾਈਡ ਕਰਨੀਆਂ ਨੇ, ਬੋਥ ਉਹਦੇ ਜਨਮ ਤੋਂ ਪਹਿਲਾਂ ਵੀ, ਬਰਥ ਤੋਂ ਪਹਿਲਾਂ ਵੀ, ਠੀਕ ਹੈ, ਬਿਫੋਰ ਬਰਥ, ਡਿਊਰਿੰਗ ਐਂਡ ਆਫਟਰ ਬਰਥ, ਯਾਨੀ ਕਿ ਬੱਚੇ ਦਾ ਜਦੋਂ ਜਨਮ ਹੋ ਗਿਆ, ਜਨਮ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਦੋਨੋਂ ਜਿਹੜੀਆਂ ਸਰਵਿਸਿਜ਼ ਬੱਚੇ ਨੂੰ ਪ੍ਰੋਵਾਈਡ ਕਰਨੀਆਂ। ਉਸ ਤੋਂ ਬਿਨਾਂ ਬੱਚੇ ਦੀ ਜਿਹੜੀ ਗਰੋਥ ਹੈਗੀ ਆ, ਡਿਵੈਲਪਮੈਂਟ ਹੈਗੀ ਆ, ਹਨਾ, ਇੱਕ ਬੱਚੇ ਦੀ ਫੁੱਲ ਜਿਹੜੀ ਹੈਗੀ ਆ ਹਾਰਮੋਨੀਅਸ ਡਿਵੈਲਪਮੈਂਟ ਕਰਨੀ, ਦੈਟ ਇਜ਼ ਦਾ ਮੇਜਰ ਟਾਰਗੇਟ ਆਫ ਦਾ ਪਾਲਿਸੀ ਆਫ ਚਿਲड्रन, ਠੀਕ ਹੈ, ਨੈਸ਼ਨਲ ਪਾਲਿਸੀ ਫॉर ਚਿਲड्रन। ਤਾਂ ਇਹਦੇ ਵਿੱਚ ਸੁਜੈਸਟ ਕੀਤਾ ਗਿਆ ਸੀਗਾ ਕਿ ਬੱਚੇ ਦੇ ਲਈ ਹੈਲਥ ਪ੍ਰੋਗਰਾਮ ਇੰਟਰੋਡਿਊਸ ਕੀਤੇ ਜਾਣ, ਨਿਊਟ੍ਰੀਸ਼ਨ ਦੇ ਉੱਪਰ ਜ਼ੋਰ ਦਿੱਤਾ ਜਾਵੇ। ਤੇ ਇਹ ਪਾਲਿਸੀ 1974 ਵਾਲੀ ਪਾਲਿਸੀ ਜਿਹੜੀ ਸੀਗੀ ਫਰਸਟ ਪਾਲਿਸੀ ਸੀਗੀ ਚਾਈਲਡ ਵੈਲਫੇਅਰ ਦੇ ਲਈ, ਠੀਕ ਹੈ ਜੀ। ਉਸ ਤੋਂ ਬਾਅਦ ਬੇਟਾ ਜੀ ਫਿਰ 2000, ਅੱਛਾ ਮੈਂ ਤਰੀਕ ਵੀ ਦੱਸ ਦਿੰਦੀ ਹਾਂ, 1974 ਵਾਲੀ ਪਾਲਿਸੀ ਜਿਹੜੀ ਸੀਗੀ 20 ਅਗਸਤ ਨੂੰ, ਠੀਕ ਹੈ, 22 ਅਗਸਤ 1974 ਨੂੰ ਆਈ ਸੀਗੀ। ਸਾਡੇ ਕੋਲ ਜਿਹੜੀ 2013 ਵਾਲੀ ਪਾਲਿਸੀ ਹੈ, ਇਹੀ ਪਾਲਿਸੀ ਹੈ ਜਿਹੜੀ ਅੱਗੇ ਜਾ ਕੇ ਟਵਾਈਸ ਹੁੰਦੀਆਂ ਨੇ ਜਾਂ ਦੁਬਾਰਾ ਹੁੰਦੀਆਂ ਨੇ, ਅਸੀਂ ਕਹਿ ਸਕਦੇ ਹਾਂ ਕਿ ਸੈਕਿੰਡ ਪਾਲਿਸੀ ਹੈ, ਠੀਕ ਹੈ। ਜਿਹੜੀ ਸੀ ਵਾਲੀ ਹੈਗੀ ਹੈ ਯਾਨੀ ਕਿ ਨੈਸ਼ਨਲ ਪਾਲਿਸੀ ਫॉर ਚਿਲड्रन 2013, ਇਹ ਆਈ ਸੀਗੀ 26 ਅਪ੍ਰੈਲ 2013 ਤੇ ਇਹਦੇ ਵਿੱਚ ਜਿਹੜੀ 2013 ਵਾਲੀ ਹੈ, ਇਹਦੇ ਵਿੱਚ ਪਹਿਲੀ ਵਾਰ ਬੱਚੇ ਦੀ ਏਜ ਨੂੰ 18 ਇਅਰਸ ਤੱਕ ਕੰਸੀਡਰ ਕੀਤਾ ਗਿਆ ਸੀ, ਠੀਕ ਹੈ ਜੀ, ਤੇ ਇਹ ਵੀ ਕਾਫੀ ਇੰਪੋਰਟੈਂਟ ਆ। ਨੈਕਸਟ ਆ ਬੇਟਾ ਜੀ ਸਾਡੇ ਕੋਲ ਚਾਈਲਡ ਰਾਈਟਸ ਪੈਰਾਡਿਮ, ਠੀਕ ਹੈ, ਤਾਂ ਰਿਪਰੈਜ਼ੈਂਟ ਕੀਤਾ ਗਿਆ ਸੀ ਕਿਹੜੇ 5 ਈਅਰ ਪਲਾਨ ਦੇ ਵਿੱਚ। ਤਾਂ 5 ਈਅਰ ਪਲਾਨ ਵੀ ਬਹੁਤ ਇੰਪੋਰਟੈਂਟ ਨੇ, ਜਿਨ੍ਹਾਂ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਾਂਦਾ ਰਿਹਾ ਹੈਗਾ ਬੱਚਿਆਂ ਨੂੰ, ਠੀਕ ਹੈ, ਬੱਚੇ ਖਾਸ ਕਰਕੇ ਜਿਹੜੇ ਅਟੈਂਸ਼ਨ ਦਿੱਤੀ ਜਾਂਦੀ ਸੀ ਚਾਈਲਡ ਨੂੰ ਤੇ ਵਿਮਨ ਨੂੰ, ਠੀਕ ਹੈ, ਦੋਨਾਂ ਨੂੰ। ਤਾਂ ਕਾਫੀ ਜਿਹੜੇ ਸਟੈਪ ਸੀਗੇ ਉਹ ਲਏ ਗਏ ਸੀਗੇ, ਖਾਸ ਕਰਕੇ ਜਿਹੜਾ ਫਰਸਟ 5 ਈਅਰ ਪਲਾਨ ਸੀਗਾ, ਤੇ ਉਸ ਤੋਂ ਬਾਅਦ ਸਾਡੇ ਕੋਲ ਬੇਟਾ ਜੀ ਜਿਹੜਾ 11th ਐਂਡ 12th 5 ਈਅਰ ਪਲਾਨ ਸੀਗਾ। ਤਾਂ ਜਿਹੜਾ 12th ਸਾਡੇ ਕੋਲ ਪਲਾਨ ਸੀਗਾ 12th, ਠੀਕ ਹੈ,
ਤਾਂ 12th ਜਿਹੜਾ ਪਲਾਨ ਸੀਗਾ ਉਹਦੇ ਵਿੱਚ ਬੇਟਾ ਜੀ ਸਾਡੇ ਕੋਲ ਚਾਈਲਡ ਰਾਈਟ ਪੈਰਾਡਿਮ ਨੂੰ ਅਡਾਪਟ ਕੀਤਾ ਗਿਆ ਸੀ, ਜਿਹਦੇ ਚ ਇਹ ਕਿਹਾ ਗਿਆ ਸੀ ਦੈਟ ਮੈਂਡੇਟਸ, ਮਤਲਬ ਜਿਹੜਾ ਪੈਰਾਡਿਮ ਸੀ ਇਹਦੇ ਚ ਕੀ ਮੈਂਡੇਟ ਕੀਤਾ ਗਿਆ ਸੀ, ਤੇ ਇਹ ਚ ਮੈਂਡੇਟ ਕੀਤਾ ਗਿਆ ਸੀਗਾ ਕੀ ਮੈਂਡੇਟ ਕੀਤਾ ਕਰਨਾ ਸੀ ਜੀ fulfillment of development and faster, more inclusive and sustainable growth। मतलब ਬੱਚਿਆਂ ਦੀ ਜਿਹੜੀ ਹੈਗੀ ਆ ਡਿਵੈਲਪਮੈਂਟ ਨੂੰ ਤੇ ਉਹਨਾਂ ਦੀ ਗਰੋਥ ਨੂੰ ਪ੍ਰਮੋਟ ਕਰਨ ਦੇ ਲਈ ਇਹ ਜਿਹੜਾ ਪੈਰਾਡਿਮ ਸੀਗਾ ਇਹ ਅਡਾਪਟ ਕੀਤਾ ਗਿਆ ਸੀ 12th ਪਾਲਿਸੀ ਦੇ ਵਿੱਚ, ਜਿਹਦੇ ਵਿੱਚ ਜ਼ਰੂਰੀ ਕੀਤੀ ਸੀ ਬੱਚੇ ਦੀ ਗਰੋਥ ਐਂਡ ਡਿਵੈਲਪਮੈਂਟ ਦੇ ਉੱਪਰ ਕੰਸੈਂਟਰੇਟ ਕਰਨਾ। ਠੀਕ ਹੈ ਜੀ, ਤਾਂ ਇਹ ਅੱਜ ਦੇ ਕੁਐਸਚਨ ਸੀਗੇ ਸਾਡੇ ਚਾਈਲਡ ਵੈਲਫੇਅਰ ਦੇ ਨਾਲ ਰਿਲੇਟਡ। ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਉਣ ਦੀ ਪੋਸੀਬਿਲਿਟੀ ਰਹੇਗੀ। ਜੇਕਰ ਤੁਸੀਂ ਕੋਰਸ ਲੈਣਾ ਚਾਹੁੰਦੇ ਹੋ, ਠੀਕ ਹੈ ਜੀ, ਤਾਂ ਤੁਸੀਂ ਕੋਰਸ ਲੈ ਸਕਦੇ ਹੋ ਸਾਡੇ ਕੋਲ ਅਕੈਡਮੀ ਤੋਂ, ਜਿਹਦੇ ਵਿੱਚ ਤੁਹਾਨੂੰ ਪ੍ਰੋਪਰ ਥਿਊਰੀ ਕਲਾਸਿਸ ਜਿਹੜੀਆਂ ਹੈਗੀਆਂ ਨੇ, ਟੈਸਟ ਸੀਰੀਜ਼ ਸਭ ਕੁਝ ਪ੍ਰੋਵਾਈਡ ਕੀਤਾ ਜਾਏਗਾ। Thank you so much.